श्री नानक पाद पंकज बंदन पाद पंकज बंदन सिमरो अंगद दुख निकंदन अमरदास गुर हृदय नित गुर हृदय नित त्याग श्री गुरु रामदास गुण गाओ गुरु अर्जन विघ्नन के नाशक विघ्नन के नाशक श्री हरि गोविंद शुभ सम्मत प्रकाशक गुरु हर राय नमो कर जोरे नमो कर जोरे श्री हरि कृष्ण मनाए बहोरे तेग बहादुर गुर परम कृपाला गुर श्री गुरु गोबिंद सिंह साहिब विशाला तरों तरा तार पुन 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 शेषा बंदों बार बार जगदीशा जिसमें अमृत ज्ञान है माणक भगत बैराग श्री गुरु ग्रंथ साहिब उदद अनुराग श्री गुरु शब्द कमाए जिना पंच विकार तिन संतन को बंदना चरणन परतार एक अंकारा सतगुरु प्रसाद सचो वाहे गुरु जी की फतेह विनाशन सो वाहे गुरु जी की फतेह विनाशन सोए सतनाम श्री वाहिगुरु जी दोहरा लाख दुआबे देश के परपत बीत कहाए तेह टिग कागो पिंड होतो खतरे गंगू बसाए लाख दुआबे देश के वाहिगुरु जी का खालसा वाहिगुरु जी की फतेह पदत पावन भगत वत्सल कृपा निधान जुगो जुग अटाल प्रगट गुरां की देह प्रताख हार सतगुरु श्री गुरु ग्रंथ साहिब महाराज जी दे परम पवित्र सत संगत हजूरी दे अंदर साहिब सतगुरु श्री गुरु तेग बहादुर साहिब महाराज जी दे परम पवित्र भजन बंदगी तप अस्थान गुरुद्वारा श्री भोरा साहिब पातशाही नौवीं विखे संध्या के समय सजे हुए दीवाना च हाजरियां पर रहे गुरु प्यारी खालसा साध संगत जी वड्डे भाग ने जो महाराज दे स्थान ते हाजरी लवा रहे हो सतगुरां दी पवित्र बाणी दे अंदर बचन है धरन गगन नभ खंड में जोत स्वरूपी रहो भार भंग मथुरा कछ भेद नहीं गुर अर्जुन प्रतख हर सतगुरु अर्जन देव महाराज साहब जी कहते प्रगट प्रतख आप परमेश्वर सन। ताइयों महाराज की महिमा विच क्या है ना,
ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਸਰੂਪ ਹੈ, ਕਹਿੰਦੇ ਵੀ ਉਸ ਸਰੂਪ ਦੇ ਸਦਾ ਦਰਸ਼ਨ ਕਰਦੇ ਰਹੋ, ਕਿਉਂਕਿ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰ। ਸਤਿਗੁਰੂ ਜੀ ਕਲਯੁਗ ਦੇ ਅੰਦਰ ਇੱਕ ਜਹਾਜ਼ ਦੇ ਨਿਆਈ ਨੇ, ਜਿਹੜਾ ਪੰਚਮ ਪਾਤਸ਼ਾਹ ਦੇ ਚਰਨ ਸ਼ਰਨ ਲੱਗਦਾ ਏ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਏ। ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅੱਜ ਦੇ ਦਿਨ ਅੰਮ੍ਰਿਤ ਵੇਲੇ ਪਹਿਲੇ ਪੈਰ ਰਾਵੀ ਦਰਿਆ ਦੇ ਕੰਢੇ ਲਾਹੌਰ ਸ਼ਹਿਰ ਦੇ ਵਿੱਚ ਜੋਤੀ ਜੋਤ ਸਮਾਏ ਸਨ। ਮਹਾਰਾਜ ਦਾ ਅੱਜ ਸ਼ਹੀਦੀ ਦਿਹਾੜਾ ਏ। ਸਤਿਗੁਰੂ ਸਾਹਿਬ ਜੀ ਨੂੰ ਜਾਣ ਬੁੱਝ ਕੇ ਝੂਠੇ ਇਲਜ਼ਾਮ ਲਾ ਕੇ ਲਾਹੌਰ ਦੇ ਵਿੱਚ ਸੱਦਿਆ ਗਿਆ। ਅਸਲ ਦੇ ਵਿੱਚ ਮੁਗਲਿਆ ਹਕੂਮਤ ਦੇ ਗੁਰੂ ਘਰ ਦੇ ਨਾਲ ਈਰਖਾ ਜਿਹੜੀ ਸੀ, ਇੱਕ ਸ਼ੇਖ ਅਹਿਮਦ ਸਰਹੰਦੀ ਹੋਇਆ ਏ ਜਿਹਦਾ ਸਰਹੰਦ ਦੇ ਵਿੱਚ ਮੁਕਾਮ ਵੀ ਹੈ। ਇਹਦਾ ਮੰਨਣਾ ਸੀ ਵੀ ਹਿੰਦੁਸਤਾਨ ਦੇ ਵਿੱਚ ਕੇਵਲ ਮੁਸਲਮਾਨ ਹੋਣੇ ਚਾਹੀਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਮਹਿਮਾ ਵੇਖੇ ਇਹ ਸੜ ਬਲ ਗਿਆ। ਸਤਿਗੁਰੂ ਸਾਹਿਬ ਦੇ ਦਰ ਘਰ ਦੇ ਵਿੱਚ ਹਿੰਦੂ ਵੀ ਆ ਕੇ ਮੱਥਾ ਟੇਕਦੇ, ਮੁਸਲਮਾਨ ਵੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਮੰਨਦੇ ਪੂਜਦੇ। ਇਹ ਵੇਖ ਕੇ ਇਹਨਾਂ ਕੋ ਜਰਿਆ ਨਹੀਂ ਸੀ ਜਾਂਦਾ ਤੇ ਸਿਆਸਤ ਖੇਡ ਕੇ ਜਦੋਂ ਅਕਬਰ ਮਰਿਆ, ਉਹਦੇ ਥਾਂ ਤੇ ਸਲੀਮ ਨੂੰ ਅਹਿਮਦ ਸਰਹੰਦੀ ਨੇ ਰਾਜ ਗੱਦੀ ਤੇ ਬਿਠਾਇਆ, ਜਿਹਦਾ ਨਾਮ ਬਾਅਦ ਦੇ ਵਿੱਚ ਜਹਾਂਗੀਰ ਹੋਇਆ। ਇਹਨਾਂ ਇਹ ਸ਼ਰਤ ਸੀ ਵੀ ਤੂੰ ਇਹ ਜੋ ਗੁਰੂ ਘਰ ਹੈ ਇਹਨੂੰ ਖਤਮ ਕਰਨਾ ਹੈ। ਤੇ ਇਹਨੇ ਤਖਤ ਤੇ ਬਹਿੰਦਿਆਂ ਬਹਾਨੇ ਲੱਭੇ। ਇਹਦਾ ਪੁੱਤਰ ਅਮੀਰ ਖੁਸਰੋ ਜਹਾਂਗੀਰ ਦਾ ਬਗਾਵਤ ਕਰ ਗਿਆ, ਤਰਨ ਤਾਰਨ ਥਾਣੀ ਹੋ ਕੇ ਅੱਗੇ ਲੰਘਿਆ, ਫੜਿਆ ਵੀ ਗਿਆ, ਉਹਨੂੰ ਮਾਰ ਵੀ ਦਿੱਤਾ। ਪਰ ਇਲਜ਼ਾਮ ਲਾਤਾ ਵੀ ਗੁਰੂ ਅਰਜਨ ਦੇਵ ਜੀ ਨੇ ਉਹਦੇ ਤਿਲਕ ਲਾਇਆ ਏ ਤੇ 1 ਲੱਖ ਰੁਪਈਆ ਸਹਾਇਤਾ ਦਿੱਤੀ ਹੈ। ਨਾਲ ਅਹਿਮਦ ਸਰਹੰਦੀ ਦੇ ਚੁੱਕਣਾ। ਇਸ ਤੋਂ ਇਲਾਵਾ ਜਿਹੜੇ ਗੁਰੂ ਘਰ ਦੇ ਦੁਖੀ ਸਨ, ਜਿਵੇਂ ਚੰਦੂ ਲਾਲ, ਇਹਦੀ ਵੀ ਚੁੱਕਣਾ ਨਾਲ ਕੰਮ ਕੀਤੇ। ਪ੍ਰਿਥੀ ਚੰਦ ਵੀ ਕਿਤੇ ਨਾ ਕਿਤੇ ਇਹਨਾਂ ਦਾ ਥੋੜ੍ਹਾ ਬਹੁਤ ਹੱਥ ਠੋਕਾ ਬਣ ਕੇ ਰਿਹਾ। ਫਿਰ ਸ਼ੇਖ ਫਤਿਹ, ਇਹ ਵੀ ਗੁਰੂ ਘਰ ਦਾ ਵਿਰੋਧੀ ਸੀ। ਭਗਤ ਕਾਨਾ, ਪੀਲੂ ਆਦਿਕ, ਇਹ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਸ਼ਹਾਦਤ ਦੇ ਵਿੱਚ ਇਹ ਵੀ ਸਹਾਈ ਹੋਏ। ਅਖੀਰ ਮਹਾਰਾਜ ਨੂੰ ਲਾਹੌਰ ਸੱਦਿਆ ਜਾਣ ਤੋਂ ਪਹਿਲਾਂ, ਸ਼ਹੀਦੀ ਤੋਂ 11 ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ। 5 ਸਿੱਖਾਂ ਦੇ ਸਮੇਤ ਮਹਾਰਾਜ ਲਾਹੌਰ ਪਹੁੰਚੇ। ਸਤਿਗੁਰੂ ਸਾਹਿਬ ਅੱਗੇ 3 ਸ਼ਰਤਾਂ ਰੱਖੀਆਂ ਗਈਆਂ। ਮੁਸਲਮਾਨ ਕੋਈ ਵੀ ਕੰਮ ਕਰਦੇ ਆ ਪਹਿਲਾਂ ਆਪਣੇ ਧਰਮ ਦੇ ਵਿੱਚ ਲਿਆਉਣ ਦੀ ਗੱਲ ਕਰਦੇ। ਉਹਨਾਂ ਦਾ ਮੁੱਖ ਏਜੰਡਾ ਹੈ ਵੀ ਕੋਈ ਵੀ ਵਿਰੋਧੀ ਆ ਉਹਨੂੰ ਮੁਸਲਮਾਨ ਬਣਾਓ। ਕਹਿੰਦੇ ਮਹਾਰਾਜ ਮੁਸਲਮਾਨ ਬਣ ਜਾਓ, ਜਿੰਨੇ ਤੁਹਾਡੇ ਤੇ ਦੋਸ਼ ਲੱਗੇ ਨੇ ਸਾਰਾ ਕੇਸ ਹੀ ਖਾਰਜ ਕਰ ਦਿਆਂਗੇ। ਦੂਸਰੀ ਗੱਲ ਇਹ ਆ ਵੀ ਤੁਸੀਂ ਖੁਸਰੋ ਨੂੰ 1 ਲੱਖ ਰੁਪਈਆ ਦਿੱਤਾ ਹੈ, 2 ਲੱਖ ਜੁਰਮਾਨਾ ਭਰੋ। ਤੇ ਤੀਸਰਾ ਤੁਹਾਡਾ ਬਚਾਅ ਤਾਂ ਹੋ ਸਕਦਾ ਹੈ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਪੀੜ ਲਿਖੀ ਹੈ, ਇਹਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਸਿਫਤ ਪਾਓ। ਸਾਹਿਬ ਜੀ ਕਹਿੰਦੇ ਵੀ ਧਰਮ ਤਾਂ ਸਾਰਿਆਂ ਨੂੰ ਆਪਣਾ ਪਿਆਰਾ ਹੁੰਦਾ ਹੈ, ਆਪਣੇ ਧਰਮ ਦੇ ਵਿੱਚ ਰਹਿ ਕੇ ਮਰਨਾ ਚਾਹੀਦਾ ਹੈ। ਦੂਜੀ ਗੱਲ, ਗੁਰੂ ਘਰ ਦੇ ਵਿੱਚ ਆਏ ਗਏ ਦੀ ਲੰਗਰ ਪ੍ਰਸ਼ਾਦੇ ਨਾਲ ਸੇਵਾ ਹੁੰਦੀ। ਅਸੀਂ ਕਿਸੇ ਨੂੰ ਲੱਖ ਰੁਪਈਆ ਨਹੀਂ ਦਿੱਤਾ, ਫਿਰ ਜੁਰਮਾਨਾ ਕਾਹਦਾ। ਤੇ ਰਹੀ ਗੱਲ ਮੁਹੰਮਦ ਸਾਹਿਬ ਦੀ ਸਿਫਤ ਦੇ, ਬਾਣੀ ਮੁਕੰਮਲ ਹੋਈ ਹੈ ਪਰਮੇਸ਼ਰ ਦੀ ਸਿਫਤ ਦੇ ਵਿੱਚ। ਤੇ ਕਿਸੇ ਦੇ ਕਹਿਣ ਦੇ ਨਾਲ, ਜ਼ੋਰ ਜ਼ਬਰ ਦੇ ਨਾਲ ਕਿਸੇ ਦੀ ਵੀ ਸਿਫਤ ਦੇ ਵਿੱਚ ਵਚਨ ਨਹੀਂ ਲਿਖੇ ਜਾ ਸਕਦੇ। ਗੁਰਬਾਣੀ ਦੀ ਤੋਹੀਨ ਹੈ। ਚੰਦੂ ਲਾਲ ਦੇ ਹਵਾਲੇ ਮਹਾਰਾਜ ਨੂੰ ਕਰ ਦਿੱਤਾ। 5 ਦਿਨ ਸਾਹਿਬਾਂ ਨੂੰ ਭੁੱਖਿਆਂ ਰੱਖ ਕੇ ਤਸੀਹੇ ਦਿੱਤੇ ਗਏ। ਪਹਿਲੇ ਦਿਨ ਹੁਕਮ ਕਰ ਗਿਆ ਵੀ ਭੁੱਖਿਆਂ ਰੱਖਣਾ ਹੈ ਤੇ ਰਾਤ ਸੌਣ ਨਹੀਂ ਦੇਣਾ। ਦੂਜੇ ਦਿਨ ਆਇਆ ਗੁਰੂ ਅਰਜਨ ਦੇਵ ਮਹਾਰਾਜ ਅਡੋਲ ਬੈਠੇ ਨੇ। ਚੰਦੂ ਹੁਕਮ ਕਰ ਗਿਆ, ਜਹਾਂਗੀਰ ਬਾਦਸ਼ਾਹ ਵੱਲੋਂ ਜਿਵੇਂ ਹਦਾਇਤਾਂ ਸੀ ਇਹਨਾਂ ਨੂੰ ਸਾਰਾ ਦੇਣਾ। ਤਪਦੇ ਦੁਪਹਿਰੇ
ਨੰਗੇ ਪਿੰਡੇ ਰੱਖੋ, ਧੁੱਪ ਦੇ ਵਿੱਚ ਖੜਾ ਕੇ ਦੇ ਉੱਤੋਂ ਪਿੰਡੇ 'ਚ ਰੇਤ ਪਾਉਣੀ ਹੈ। ਮਹਾਰਾਜ ਦਾ ਭਾਵੇਂ ਕਿ ਸਰੀਰ ਤੇ ਛਾਲੇ ਹੋ ਗਏ ਪਰ ਅਡੋਲ ਰਹੇ। ਫਿਰ ਆਇਆ ਸਤਿਗੁਰੂ ਸਾਹਿਬ ਜੀ ਦੇ ਸੀਸ ਦੇ ਵਿੱਚ ਗਰਮ ਰੇਤਾ ਪਾਉਣ ਦਾ ਹੁਕਮ ਦੇ ਦਿੱਤਾ। ਜੇ ਸੀਸ ਦੇ ਉੱਤੇ ਕਦੀ ਚੌਰ ਸਾਹਿਬ ਝੁੱਲਦਾ ਸੀ, ਮਹਾਰਾਜ ਦੇ ਸੀਸ ਦੇ ਉੱਤੇ ਦਾਣੇ ਭੁੰਨਣ ਜੋਗੀ ਗਰਮ ਰੇਤ ਕਰਕੇ ਤੇ ਕੜਛੇ ਭਰ ਭਰ ਕੇ ਸੀਸ ਦੇ ਵਿੱਚ ਪਾਏ। ਤਪਦੀ ਹੋਈ ਲੋਹ ਦੇ ਉੱਤੇ ਮਹਾਰਾਜ ਜੀ ਨੂੰ ਬਿਠਾਇਆ ਗਿਆ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਚੌਂਕੜਾ ਮਾਰ ਕੇ ਅਡੋਲ ਬੈਠੇ ਨੇ, ਜਿਵੇਂ ਤਖਤ ਤੇ ਬੈਠੇ ਹੁੰਦੇ ਹਨ। ਸਤਿਗੁਰੂ ਸਾਹਿਬ ਜੀ ਨੇ ਭਾਣਾ ਮਿੱਠਾ ਕਰਕੇ ਮੰਨਿਆ। ਇਸ ਤਰ੍ਹਾਂ ਦੀ ਭਾਵ ਰੱਖੀ ਵੀ ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੈ। ਫਿਰ ਮਹਾਰਾਜ ਨੂੰ ਦੱਸਦੇ ਆ ਵੀ ਉਬਲਦੇ ਪਾਣੀ ਦੇ ਵਿੱਚ ਵੀ ਸਾਹਿਬ ਜੀ ਨੂੰ ਬਿਠਾਇਆ ਗਿਆ। ਸਤਿਗੁਰੂ ਸਾਹਿਬ ਜੀ ਨੂੰ ਗੱਲ ਕਹੀ ਵੀ 5 ਦਿਨ ਭੁੱਖੇ ਰੱਖ ਕੇ ਤੇ ਪੂਰੇ ਸੰਕਟ ਦਿੱਤੇ ਤੇ ਅਖੀਰ ਵਿੱਚ ਇਹੀ ਪੁੱਛਿਆ ਵੀ ਹੁਣ ਇਸਲਾਮ ਕਬੂਲ ਕਰਦੇ ਹੋ, ਸਾਡੀ ਗੱਲ ਮੰਨਦੇ ਹੋ ਜਾਂ ਨਹੀਂ। ਮਹਾਰਾਜ ਨੇ ਇਨਕਾਰ ਕੀਤਾ। ਚੰਦੂ ਕਹਿੰਦਾ ਤੁਹਾਨੂੰ ਗਾਂ ਦੀ ਖਲ ਦੇ ਵਿੱਚ ਮੈਂ ਮੜ ਕੇ ਧੁੱਪੇ ਸੁੱਕਣੇ ਪਾ ਦਿਆਂਗਾ। ਸਾਹਿਬ ਜੀ ਨੇ ਕੋਈ ਉੱਤਰ ਨਹੀਂ ਦਿੱਤਾ। ਸਤਿਗੁਰਾਂ ਨੂੰ ਜਿਵੇਂ ਮਰਿਆਦਾ ਹੈ, ਇਹ ਪੁੱਛਿਆ ਗਿਆ ਵੀ ਤੁਹਾਡੀ ਆਖਰੀ ਇੱਛਾ ਕੀ ਹੈ। ਮਹਾਰਾਜ ਕਹਿੰਦੇ ਵੀ ਇਸ਼ਨਾਨ ਨਹੀਂ ਕੀਤਾ 5 ਦਿਨ ਤੋਂ, ਰਾਵੀ ਦੇ ਜਲ ਦੇ ਨਾਲ ਇਸ਼ਨਾਨ ਕਰਨਾ ਚਾਹੁੰਦੇ ਹੈ। ਇਹਨਾਂ ਉਸ ਵੇਲੇ ਹਾਮੀ ਭਰਤੀ, ਕਿਉਂਕਿ ਪਤਾ ਸੀ ਵੀ ਸਰੀਰ ਤੇ ਜ਼ਖਮ ਹੋਏ ਆ, ਜਦੋਂ ਠੰਡੇ ਜਲ ਦੇ ਨਾਲ ਨਹਾਉਣਗੇ ਤੇ ਹੋਰ ਦੁੱਖ ਲੱਗੇਗਾ। ਇਹ ਜਾਣ ਕੇ ਮਹਾਰਾਜ ਸਾਹਿਬ ਜੀ ਨੂੰ ਲੈ ਕੇ ਆਏ ਸਿਪਾਹੀ ਰਾਵੀ ਦੇ ਕੰਢੇ, ਇਸ਼ਨਾਨ ਕੀਤਾ। ਸਤਿਗੁਰੂ ਚੌਂਕੜਾ ਮਾਰ ਕੇ ਬੈਠ ਗਏ। ਜਪ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਦੇ ਪਾਠ ਦੀ ਜਦੋਂ ਸੰਪੂਰਨਤਾ ਕੀਤੀ, 5 ਸਿੱਖ ਜਿਹੜੇ ਨਾਲ ਆਏ ਸੀ ਉਹਨਾਂ ਨੂੰ ਹੁਕਮ ਕੀਤਾ ਵੀ ਤੁਹਾਨੂੰ ਚੰਦੂ ਕੁਝ ਕਹਿ ਨਹੀਂ ਸਕੇਗਾ, ਤੁਸੀਂ ਜਾਓ, ਜਾ ਕੇ ਤੇ ਸਾਹਿਬਜ਼ਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਨੀ ਹੈ। ਸਾਹਿਬ ਕਹਿੰਦੇ ਵੀ ਹੁਣ ਸ਼ਾਂਤੀ ਦੇ ਨਾਲ ਕੰਮ ਨਹੀਂ ਚੱਲਣਾ, ਹੁਕਮ ਹੈ ਸਾਡੇ ਵੱਲੋਂ ਵੀ ਸ਼ਸਤਰ ਧਾਰੀ ਹੋ ਕੇ ਰਹਿਣਾ ਹੈ। ਸ਼ਾਂਤੀ ਦੇ ਨਾਲ ਸਰਕਾਰ ਲੋਟ ਨਹੀਂ ਆਏ। ਹੁਣ ਇਹਨਾਂ ਦੇ ਅੱਗੇ ਕਹਿੰਦੇ ਸ਼ਸਤਰ ਧਾਰਨ ਕਰਕੇ ਜੰਗ ਯੁੱਧ ਵੀ ਕਰਨੇ ਪੈਣ ਤਾਂ ਕਰਨੇ ਹੈ। ਸੰਗਤ ਨੂੰ ਮਹਾਰਾਜ ਨੇ ਅੰਤਮ ਉਪਦੇਸ਼ ਦਿੱਤਾ, ਹੌਸਲਾ ਦਿੱਤਾ ਵੀ ਬਾਣੀ ਪੜ੍ਹਨੀ ਹੈ, ਵੈਰਾਗ ਨਹੀਂ ਕਰਨਾ। ਇਸ ਤਰ੍ਹਾਂ ਹੁਕਮ ਦੇ ਕੇ ਜੇਠ ਸੁਦੀ ਚੌਥ ਅੱਜ ਦੇ ਦਿਹਾੜੇ ਨਾਨਕ ਸ਼ਾਹੀ ਸੰਮਤ 137 1663 ਬਿਕਰਮੀ 1606 ਈਸਵੀ ਨੂੰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੇ, ਸੰਪੂਰਨ ਥੀਆ ਰਾਮ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ਼ਹੀਦੀ ਪ੍ਰਾਪਤ ਕਰ ਗਏ। ਰਾਵੀ ਦੇ ਕੰਢੇ ਮਹਾਰਾਜ ਜੀ ਜੋਤੀ ਜੋਤ ਸਮਾਏ। ਸਿੱਖ ਸੰਗਤਾਂ ਨੇ ਪਾਤਸ਼ਾਹ ਦੇ ਸਰੀਰ ਦਾ ਸੰਸਕਾਰ ਚੰਦਨ ਦੀ ਚਿਖਾ ਚੁਣ ਕੇ ਕੀਤਾ, ਜਿੱਥੇ ਮਹਾਰਾਜ ਦਾ ਲਾਹੌਰ ਦੇ ਵਿੱਚ ਕਿਲੇ ਦੇ ਲਾਗੇ ਹੁਣ ਤੀਕਰ ਵੀ ਦੇਹਰਾ ਬਣਿਆ ਹੋਇਆ ਹੈ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸੰਸਕਾਰ ਕੀਤਾ ਗਿਆ। ਇਸ ਤਰ੍ਹਾਂ ਪਾਤਸ਼ਾਹ ਜੀ ਨੇ ਭਾਣਾ ਮੰਨਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ, ਜਿਨ੍ਹਾਂ ਨੂੰ ਸ਼ਹੀਦਾਂ ਦੇ ਸਿਰ ਤਾਜ ਕਿਹਾ ਜਾਂਦਾ ਹੈ। ਤੇ ਜਿੰਨੇ ਵੀ ਪੰਥ ਦੇ ਸ਼ਹੀਦ ਹਨ ਉਹਨਾਂ ਸਾਰਿਆਂ ਦੇ ਸਿਰ ਦੇ ਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ। ਸਤਿਗੁਰਾਂ ਦੇ ਸ਼ਹੀਦੇ ਨੂੰ ਲੱਖਾਂ ਵਾਰ ਨਮਸਕਾਰ ਹੈ। ਸਾਹਿਬ ਜੀ ਦੇ ਚਰਨਾਂ ਤੇ ਸਿਰ ਝੁਕਾਉਂਦਿਆਂ ਹੋਇਆਂ ਆਓ ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਭਰੀਏ। ਜੋ ਚੱਲ ਰਹੀ ਲੜੀਵਾਰ ਕਥਾ ਪ੍ਰਾਚੀਨ ਪੰਥ ਪ੍ਰਕਾਸ਼ ਦੇ ਆਪਾਂ ਸਰਵਣ ਕਰ ਰਹੇ ਹਾਂ, ਜਿਹਦੇ ਵਿੱਚ ਕੱਲ ਸ਼ਹੀਦਾਂ ਦਾ ਪ੍ਰਸੰਗ ਸਰਵਣ ਕੀਤਾ ਹੈ ਵੀ ਜਿੰਦਾ ਸ਼ਹੀਦ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਪਿਆਰਿਆਂ ਦੇ ਸਿਰ ਲੈਣ ਤੋਂ ਬਾਅਦ ਇਹ ਖਿਤਾਬ ਉਹਨਾਂ ਨੂੰ ਬਖਸ਼ਿਆ ਵੀ ਇਹ ਸਾਡੇ ਸ਼ਹੀਦ ਸਿੰਘ ਨੇ। ਅਤੇ ਫਿਰ ਜਿਹੜੇ ਗੁਰੂ ਮਹਾਰਾਜ ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਨਕਲੀ ਗੁਰੂ ਬਣ ਕੇ ਬੈਠ ਗਏ, ਉਹਨਾਂ ਦੀ ਕੀ ਹਾਲਤ ਹੋਈ। ਜਿਵੇਂ ਗੁਲਾਬ ਰਾਏ ਦੀ ਸਾਖੀ ਆਪਾਂ ਸੁਣੀ ਹੈ ਵੀ ਉਹਦਾ ਅੰਤ ਹੋ ਗਿਆ। ਫਿਰ ਇੱਕ ਗੰਗੂ ਸ਼ਾਹੀਏ ਸਨ, ਉਹਨਾਂ ਦਾ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ।
ਵੀ ਭਾਈ ਮੇਹਰ ਸਿੰਘ, ਨਿਹੰਗ ਸਿੰਘ, ਚੜ੍ਹਦੀ ਕਲਾ ਵਾਲਾ 10 ਸਿੰਘਾਂ ਨੂੰ ਨਾਲ ਲੈ ਕੇ ਪ੍ਰਚਾਰ ਕਰਦਾ ਏ। ਤੇ ਜਿਹੜੇ ਗੰਗੂ ਸ਼ਾਹੀਏ ਨੇ ਇਹ ਸੰਗਤ ਨੂੰ ਗੁੰਮਰਾਹ ਕਰਦੇ ਨੇ ਵੀ ਦੇਹਧਾਰੀ ਗੁਰੂ ਤੋਂ ਬਗੈਰ ਤੁਹਾਡੀ ਮੁਕਤੀ ਨਹੀਂ ਹੋਣੀ। ਬੜੀ ਸੰਗਤ ਪਿੱਛੇ ਲਾ ਲਈ। ਇੱਕ ਸਿੰਘ ਸੀ ਮਾਇਆਧਾਰੀ ਚੰਗਾ ਏ, ਇਹਦੇ ਘਰ 'ਚ ਸੰਤਾਨ ਨਹੀਂ ਸੀ। ਪ੍ਰਸੰਗ ਆਪਾਂ ਸੁਣਿਆ ਸਾਰਾ। ਇਹਦੇ ਘਰੋਂ ਜਿਹੜੀ ਬੀਬੀ ਉਹ ਗੰਗੂ ਸ਼ਾਹੀਆਂ ਦੇ ਮੰਨਣ ਵਾਲਿਆਂ ਦੇ ਪਰਿਵਾਰ 'ਚੋਂ ਆਈ। ਇਹਨੇ ਸੋਚਿਆ ਵੀ ਚਲੋ ਦਸਵੰਧ ਦੇਵਾਂਗੇ, ਸਿੰਘਾਂ ਨੂੰ ਸੱਦ ਕੇ ਅਰਦਾਸ ਕਰਾਉਂਦੇ ਆ। ਦਿਨ ਨਿਯਤ ਕਰ ਲਿਆ। ਭਾਈ ਮੇਹਰ ਸਿੰਘ 10 ਸਿੰਘ ਆ ਗਏ ਵੀ ਮਹਾਰਾਜ ਸਾਹਿਬ ਦੀ ਬਾਣੀ ਪੜਾਂਗੇ। 5 ਸਿੰਘ ਇਕੱਠੇ ਹੋ ਕੇ ਅਰਦਾਸ ਕਰਨਗੇ। ਉਧਰੋਂ ਇਹ ਸਿੰਘ ਦੇ ਸਹੁਰੇ ਪਰਿਵਾਰ ਵਾਲੇ ਇਹ ਗੰਗੂ ਸ਼ਾਹੀਆਂ ਦਾ ਜਿਹੜਾ ਉਸ ਵੇਲੇ ਖੜਗ ਸਿੰਘ ਨਾਮ ਦਾ ਗੁਰੂ ਬਣਿਆ ਫਿਰਦਾ ਵੀ ਉਹਨੂੰ ਲੈ ਕੇ ਆ ਗਏ। ਉਹਨੇ ਆ ਕੇ ਕਲੇ ਪਾ ਲਈ ਵੀ ਮੈਂ ਪ੍ਰਸ਼ਾਦਾ ਤਾਂ ਛਕਣਾ, ਇਹ ਮੇਰਾ ਸਿੱਖ ਬਣੇ। ਸਿੰਘ ਕਹਿੰਦਾ ਵੀ ਅਸੀਂ ਗੁਰੂ ਕਲਗੀਧਰ ਦਾ ਅੰਮ੍ਰਿਤ ਛਕਿਆ। ਘਰ ਦੀ ਨੇ ਵੀ ਕਲਾ ਕਲੇਸ਼ ਪਾਇਆ। ਫਿਰ ਗੱਲ ਇੱਥੇ ਨਿਬੜੇ ਵੀ ਇਹਨਾਂ ਨੇ ਪੁੱਤਰ ਪ੍ਰਾਪਤੀ ਦੇ ਲਈ ਇਹ ਲੰਗਰ ਲਾਇਆ ਹੈ, ਤੇ ਜਿਹੜਾ ਇਹਨਾਂ ਨੂੰ ਪੁੱਤਰ ਬਖਸ਼ ਦਵੇ ਉਹਦੇ ਸਿੱਖ ਰਵੇਗਾ। ਤੇ ਜਿਹੜੇ ਗੰਗੂ ਸ਼ਾਹੀਏ ਸੀ ਉਹ ਝੱਟ ਮੰਨ ਗਏ, ਕਿਉਂਕਿ ਸਿੰਘਾਂ ਤੋਂ ਡਰਦੇ ਸਨ। ਸਿੰਘਾਂ ਨੇ ਘੇਰ ਲਏ। ਇਹ ਲਿਖ ਕੇ ਦੇ ਕੇ ਕਹਿੰਦੇ ਵੀ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਆਂ ਵੀ 1 ਸਾਲ ਨੂੰ ਆਵਾਂਗੇ, ਤੇ 1 ਸਾਲ ਨੂੰ ਇਹਨਾਂ ਦੇ ਘਰ ਦੇ ਵਿੱਚ 9ਵੇਂ ਮਹੀਨੇ ਪੁੱਤਰ ਦਾ ਜਨਮ ਹੋਏਗਾ, ਤੇ ਸਾਲ ਪਿੱਛੋਂ ਆ ਕੇ ਅਸੀਂ ਉਹਨੂੰ ਆਪਣਾ ਸਿੱਖ ਬਣਾਵਾਂਗੇ। ਫਿਰ ਸਿੰਘਾਂ ਨੂੰ ਕਹਿਣ ਲੱਗੇ, ਤੇ ਖਾਲਸੇ ਨੇ ਅਰਦਾਸ ਕੀਤੀ, ਗੁਰੂ ਕਲਗੀਧਰ ਮਹਾਰਾਜ ਇਹ ਗੰਗੂ ਸ਼ਾਹੀਏ ਕਹਿੰਦੇ ਨੇ ਵੀ 1 ਸਾਲ ਨੂੰ ਅਸੀਂ ਇਹਨੂੰ ਪੁੱਤਰ ਦੇਵਾਂਗੇ, ਤੇ ਪਾਤਸ਼ਾਹ ਨੂੰ ਤੇਰੇ ਖਾਲਸੇ ਦੀ ਇੱਜ਼ਤ ਪੈ ਜਾਏ, ਆਪਣੇ ਬਿਰਧ ਬਾਣੇ ਦੀ ਲਾਜ ਰੱਖਿਓ। ਸਾਡੀ ਅਰਦਾਸ ਹੈ ਵੀ ਇਹ ਸਿੱਖ ਦੇ ਘਰ ਦੇ ਵਿੱਚ 7ਵੇਂ ਮਹੀਨੇ ਪੁੱਤਰ ਜਨਮ ਲਵੇ। ਤੇ ਕਾਗਜ਼ ਤੇ ਲਿਖਤਾ ਵੀ ਜੇ ਸਾਲ ਪਿੱਛੋਂ ਪੁੱਤਰ ਜਨਮੇਗਾ ਤੇ ਮੰਨਿਆ ਜਾਊਗਾ ਵੀ ਇਹ ਗੰਗੂ ਸ਼ਾਹੀਆਂ ਦੀ ਅਰਦਾਸ ਦੇ ਨਾਲ ਹੋਇਆ। ਫੇਰ ਕਹਿੰਦੇ ਅਸੀਂ ਨਹੀਂ ਇੱਥੇ ਵੜਦੇ। ਤੇ ਜੇ 7ਵੇਂ ਮਹੀਨੇ ਪੁੱਤਰ ਜੰਮੇਗਾ, ਖਾਲਸਾ ਕਹਿੰਦਾ ਫਿਰ ਸਮਝ ਲਿਓ ਵੀ ਇਹ ਕਲਗੀਧਰ ਮਹਾਰਾਜ ਸਾਹਿਬ ਦੀ ਕਲਾ ਵਰਤੀ ਹੈ। ਇੱਦਾਂ ਹੀ ਹੋਇਆ। 7ਵੇਂ ਮਹੀਨੇ ਦੇ ਵਿੱਚ ਉਹ ਸਿੱਖ ਦੀ ਘਰਵਾਲੀ ਨੇ ਪੁੱਤਰ ਨੂੰ ਜਨਮ ਦਿੱਤਾ। ਬੜਾ ਖੁਸ਼ ਹੋਇਆ ਸਿੰਘ ਵੀ ਇੱਕ ਪੁੱਤਰ ਮਿਲ ਗਿਆ, ਤੇ ਦੂਸਰਾ ਪੰਥ ਦੀ ਪੈਜ ਰਹਿ ਗਈ ਹੈ, ਤੇ ਪੰਥ ਦੇ ਬੋਲ ਬਾਲੇ ਹੋ ਗਏ ਨੇ। ਖਾਲਸੇ ਦੇ ਬੋਲ ਬਾਲੇ ਇਹੀ ਨੇ ਨਾ, ਉਹਦਾ ਮਰਿਆਦਾ ਇਹ ਨਿਯਮ ਹੈ ਵੀ 9 ਮਹੀਨਿਆਂ ਪਿੱਛੋਂ ਬਾਲਕ ਜਨਮ ਲੈਂਦਾ ਹੈ। ਪਰ ਖਾਲਸੇ ਨੇ ਅਰਦਾਸ ਕਰ ਦਿੱਤੇ ਵੀ 7ਵੇਂ ਮਹੀਨੇ 'ਚ ਆਵੇ ਤਾਂ ਸਾਡੀ ਬਿਰਧ ਬਾਣੇ ਦੀ ਲਾਜ ਰਹਿ ਸਕਦੀ ਹੈ। ਤੇ ਖਾਲਸੇ ਦੇ ਬੋਲ ਬਾਲੇ ਹੋਏ। ਗੰਗੂ ਸ਼ਾਹੀਆਂ ਦੀ ਹਾਰ ਹੋ ਗਈ। ਲੋਕਾਂ ਦਾ ਇਹਨਾਂ ਤੋਂ ਮਨ ਵਿਸ਼ਵਾਸ ਉੱਠ ਗਿਆ। ਇਵੇਂ ਤਦ ਖਾਲਸੇ ਦੀ ਫਤਿਹ ਹੋਈ, ਜਿੱਤ ਹੋਏ। ਤੇ ਜਿਹੜੀ ਉਹ ਸਿੱਖਣੀ ਸੀ ਵੀ ਉਹਨੇ ਵੀ ਫਿਰ ਅੰਮ੍ਰਿਤ ਛਕਿਆ, ਤੇ ਮਹਾਰਾਜ ਸਾਹਿਬ ਦੀ ਸਿੰਘਣੀ ਸੱਜ ਗਈ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਹੈ ਵੀ ਜਿਵੇਂ ਭਾਈ ਮੇਹਰ ਸਿੰਘ ਸਿੱਖੀ ਦਾ ਪ੍ਰਚਾਰ ਕਰ ਰਿਹਾ ਏ, ਤੇ ਨਕਲੀ ਜਿਹੜੇ ਗੁਰੂ ਬਣੇ ਫਿਰਦੇ ਨੇ ਉਹਨਾਂ ਦੇ ਪਾਜ ਤਦ ਖਾਲਸਾ ਘੇੜ ਰਿਹਾ ਹੈ। ਇਹਨਾਂ ਦੀ ਅੱਗੇ ਸਾਖੀ ਵੀ ਇਹ ਗੰਗੂ ਸ਼ਾਹੀਏ ਹੈਗੇ ਕੌਣ ਨੇ, ਕਿੱਥੋਂ ਤੁਰੇ ਸਨ, ਪੁੱਠੇ ਪਾਸੇ ਕਿਵੇਂ ਹੋਏ, ਇਹਨਾਂ ਦੀ ਸਾਖੀ ਆ ਰਹੀ ਹੈ। ਤੇ ਜੰਡਿਆਲੇ ਦੇ ਜਿਹੜੇ ਚੰਡਾਲ ਹੋਏ ਨੇ, ਸਭ ਤੋਂ ਵੱਡੇ ਪੰਥ ਦੇ ਦੁਖੀ ਜੰਡਿਆਲੇ ਦਾ ਹੁੰਦਾਰ ਇਹਦਾ ਖਾਨਦਾਨ ਹੋਇਆ ਏ। ਇਹਨਾਂ ਦੀ ਸਾਖੀ ਅੱਜ ਆ ਰਹੀ ਹੈ। ਆਓ ਮਹਾਰਾਜ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਧਾਰੀਏ। ਰਸਨਾ ਕਰੋ ਪਵਿੱਤਰ। ਸਾਰੀ ਸੰਗਤ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲਾਗ ਦੁਆਬੇ ਦੇਸ ਕੇ ਪਰਬਤ ਬੀਤ ਕਹਾਏ। ਆ ਇੱਥੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਗੰਗੂ ਸ਼ਾਹੀਏ ਜਿਹੜੇ ਪੰਥ ਦੇ ਉਲਟ ਚੱਲਦੇ ਸਨ, ਇਹ ਸ਼ੁਰੂ ਕਿੱਥੋਂ ਹੋਏ ਇਹ ਦੱਸਦੇ ਆ। ਕਹਿੰਦੇ ਵੀ ਦੁਆਬਾ ਦੇਸ਼ ਹੈ, ਸਤਲੁਜ ਅਤੇ ਬਿਆਸ ਦੇ ਵਿਚਲਾ ਇਲਾਕਾ ਜਿੰਨਾ ਵੀ ਹੈ ਸਤਲੁਜ ਇਹ ਦੁਆਬਾ ਕਹਾਉਂਦਾ ਹੈ। ਪਹਾੜਾਂ ਦੇ ਲਾਗੇ ਗੜ ਸ਼ੰਕਰ ਦਾ ਇਲਾਕਾ, ਤੇ ਦੁਆਬੇ ਦੇਸ਼ ਦੇ ਵਿੱਚ ਘਾਗੋ ਪਿੰਡ ਹੁਤ ਖੱਤਰੀ ਗੰਗੂ ਵਸਾਏ। ਉਹਦੇ ਪਹਾੜਾਂ ਦੇ ਨੇੜੇ ਦੁਆਬੇ ਦੇ ਵਿੱਚ ਇੱਕ ਘਾਗੋ ਪਿੰਡ ਸੀ। ਉਸ ਪਿੰਡ ਦੇ ਰਹਿਣ ਵਾਲਾ ਖੱਤਰੀਆਂ ਦੇ ਖਾਨਦਾਨ ਦੇ ਵਿੱਚੋਂ ਇੱਕ ਗੰਗੂ ਵਸਦਾ ਸੀ। ਗੰਗੂ ਸ਼ਾਹ ਇਹ ਮਹਾਰਾਜ ਨੇ ਨਾਮ ਪਾਇਆ, ਉਹਦਾ ਨਾਮ ਇਹਦਾ ਗੰਗੂ ਸੀ।
ਉਸ ਪੈ ਰਿਜ ਕੋਹ ਧੋਵਤ ਥੋੜੋ। ਕਹਿੰਦੇ ਰਿਜ਼ਕ ਇਹਦੇ ਕੋਲ ਬਹੁਤ ਥੋੜਾ ਸੀ। ਘਰ ਦੇ ਵਿੱਚ ਅੱਤ ਦੀ ਗਰੀਬੀ, ਵੀ ਢਿੱਡ ਭਰ ਕੇ ਖਾ ਕੇ ਨਹੀਂ ਸੀ ਕਦੀ ਵੇਖਿਆ ਇਸ ਗੰਗੂ ਨੇ। ਬਾਂਦ ਡਗੀ ਚੋਂ ਗਿਰਦੇ ਦੌੜੋ। ਇਹ ਡੱਗੀ ਬੰਨ ਕੇ ਚਾਰ ਸਫੇਰੇ ਤੁਰਿਆ ਫਿਰਦਾ ਸੀ। ਡੱਗੀ ਬੰਨ ਲੈਣੀ, ਜਿਹੜੀ ਪੰਡ ਜੀ ਬੰਨ ਕੇ ਇਹਦੇ ਮਗਰ ਪਿੱਛੇ ਪਾ ਲੈਂਦੇ ਨੇ। ਜਿਵੇਂ ਉਹਨਾਂ ਸਮਿਆਂ 'ਚ ਕੀ ਸੌਦਾ ਹੁੰਦਾ ਸੀ, ਜਾਂ ਲੂਣ ਬੰਨ ਲੈਣਾ, ਜਾਂ ਕੋਈ ਮਸਾਲਾ ਬੰਨ ਲੈਣਾ, ਤੇ ਜਾਂ ਗੁੜ ਬੰਨ ਕੇ ਹੀ ਕੁਝ ਵੇਚਦੇ ਹੁੰਦੇ ਸਨ। ਇਹਨਾਂ ਕੀ ਸੌਦਾ। ਤੇ ਇਹ ਡੱਗੀ ਬੰਨ ਕੇ ਚਾਰ ਸਫੇਰੇ ਦੌੜਿਆ ਫਿਰਦਾ, ਕਿਤੇ ਲੂਣ ਜਾਂ ਕਿਤੇ ਗੁੜ ਵੇਚਦਾ। ਸਭ ਸੰਗਤ ਥੀ ਗੁਰ ਡਿਗ ਜਾਵਤ। ਇੱਕ ਦਿਨ ਦੀ ਗੱਲ ਹੈ ਵੀ ਕਹਿੰਦੇ ਵੀ ਇਹ ਰਾਹ ਦੇ ਵਿੱਚ ਤੁਰਿਆ ਜਾ ਰਿਹਾ ਸੀ। ਉਧਰ ਸਿੱਖ ਸੰਗਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗੋਂਦਵਾਲ ਸਾਹਿਬ ਜਾ ਰਹੀਆਂ, ਗੁਰਬਾਣੀ ਦੇ ਸ਼ਬਦ ਪੜ੍ਹ ਰਹੇ ਨੇ ਬੜੇ ਪ੍ਰੇਮ ਦੇ ਨਾਲ। ਭਈ ਭੇਟ ਤਿਸ ਫੇਰੋ ਪਾਵਤ। ਜਦੋਂ ਸੰਗਤ ਸ੍ਰੀ ਗੋਂਦਵਾਲ ਸਾਹਿਬ ਨੂੰ ਜਾ ਰਹੀ ਹੈ, ਤੇ ਜਿਹੜਾ ਗੰਗੂ ਹੈ ਨਾ, ਇਹਦਾ ਮਿਲਾਪ ਸੰਗਤ ਦੇ ਨਾਲ ਉਸ ਵੇਲੇ ਹੋ ਗਿਆ, ਕਿਉਂਕਿ ਇਹ ਵੀ ਫੇਰੀ ਪਾਉਂਦਾ ਫਿਰਦਾ ਸੀ। ਲੂਣ ਤੇਲ ਵੇਚਦਾ ਹੋਇਆ ਇੱਧਰ ਉੱਧਰ ਹੋਕਾ ਦਿੰਦਾ ਫਿਰਦਾ, ਤੇ ਰਾਹ ਵਿੱਚ ਗੁਰੂ ਕੀ ਸੰਗਤ ਦਾ ਮਿਲਾਪ ਹੋ ਗਿਆ। ਜਿਨੇ ਤੇਰੇ ਪੁੱਛਿਓ ਤੁਮ ਕਾਂ ਸਿਧਾਰੋ। ਜਿਹੜਾ ਗੰਗੂ ਹੈ ਗੁਰੂ ਕੀ ਸੰਗਤ ਨੂੰ ਪੁੱਛਣ ਲੱਗਾ ਵੀ ਤੁਸੀਂ ਦੂਰੋਂ ਉੱਚੀ ਉੱਚੀ ਸ਼ਬਦ ਪੜ੍ਹਦੇ ਆ ਰਹੇ ਹੋ, ਤੁਸੀਂ ਕਿੱਥੇ ਚੱਲੇ ਹੋ, ਕਿਹੜੇ ਪਾਸੇ ਜਾ ਰਹੇ ਹੋ। ਸ੍ਰੀ ਸਤਿਗੁਰ ਢਿਗ ਉਹਨੇ ਉਚਾਰੋ। ਅੱਗੋਂ ਸੰਗਤ ਨੇ ਦੱਸਿਆ ਵੀ ਅਸੀਂ ਸ੍ਰੀ ਸਤਿਗੁਰੂ, ਸਾਡੇ ਗੁਰੂ ਅਮਰਦਾਸ ਮਹਾਰਾਜ ਨੇ ਗੋਂਦਵਾਲ ਸਾਹਿਬ 'ਚ ਰਹਿੰਦੇ, ਤੇ ਅਸੀਂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਕੋਲ ਜਾ ਰਹੇ ਹਾਂ। ਸ੍ਰੀ ਸਤਿਗੁਰ ਪੁੱਛਿਓ ਉਹਨ ਕੈਸੋ। ਇਹਨੇ ਗੰਗੂ ਨੇ ਸਵਾਲ ਪੁੱਛਿਆ ਵੀ ਤੁਹਾਡੇ ਜਿਹੜੇ ਸਤਿਗੁਰੂ ਨੇ ਸਾਹਿਬ ਸਤਿਗੁਰੂ, ਉਹ ਕਿੱਦਾਂ ਦੇ ਹੈ, ਵੀ ਉਹਨਾਂ ਦੇ ਵਿੱਚ ਕੋਈ ਚਮਤਕਾਰ, ਕੋਈ ਕਰਾਮਾਤ, ਕੋਈ ਕਣੀ ਹੈ, ਉਹਨਾਂ ਦਾ ਪ੍ਰਤਾਪ ਕਿੱਦਾਂ ਦਾ ਹੈ, ਉਹਨਾਂ ਕੋਲ ਸ਼ਕਤੀ ਕੀ ਹੈ। ਭੁਗਤ ਭੁਗਤ ਦੇਨ ਜੋਗੈ ਕੈਸੋ। ਤੇ ਅੱਗੋਂ ਸਿੱਖ ਕਹਿਣ ਲੱਗੇ ਵੀ ਸਾਡੇ ਜਿਹੜੇ ਸਤਿਗੁਰੂ ਨੇ ਮੁਕਤ ਭੁਗਤ ਦੇਨ ਜੋਗ ਹੈ ਕਹਿ ਸੋ। ਕਹਿੰਦੇ ਵੀ ਉਹ ਮੁਕਤ ਤੇ ਭੁਗਤ ਸਾਰੇ ਪਦਾਰਥ ਦੇ ਜੰਮਣ ਮਰਨ ਤੋਂ ਛੁਟਕਾਰਾ ਦੇਣ ਵਾਲੇ ਨੇ ਸਾਡੇ ਮਹਾਰਾਜ ਗੁਰੂ ਅਮਰਦਾਸ। ਭੁਗਤ ਲੋੜ ਹਮ ਕੋ ਕੁਛ ਨਾਹੀ। ਜਦੋਂ ਸੰਗਤ ਨੇ ਆਖਿਆ ਨਾ ਵੀ ਉਹ ਮੁਕਤੀ ਵੀ ਬਖਸ਼ਦੇ ਆ ਤੇ ਭੁਗਤ ਪਦਾਰਥ ਵੀ ਬਖਸ਼ਦੇ ਆ, ਤੇ ਗੰਗੂ ਸੰਗਤ ਨੂੰ ਕਹਿਣ ਲੱਗਾ, ਕਹਿੰਦਾ ਮੁਕਤੀ ਦੀ ਤੇ ਮੈਨੂੰ ਲੋੜ ਕੋਈ ਨਹੀਂ ਹੈ। ਕਹਿੰਦਾ ਵੀ ਅਸੀਂ ਤੇ ਭੁੱਖੇ ਮਰਦੇ ਆ, ਮੈਨੂੰ ਤਾਂ ਲੋੜ ਹਾਲਾਂ ਪਦਾਰਥਾਂ ਦੀ ਆ ਵੀ ਢਿੱਡ ਭਰ ਕੇ ਖਾਣ ਜੋਗਾ ਮਿਲ ਜਾਵੇ। ਭੁਗਤ ਦਿਵਾਓ ਤਉ ਸੰਗ ਜਾਹੇ। ਸੰਗਤ ਨੂੰ ਕਹਿਣ ਲੱਗਾ ਵੀ ਜੇ ਆਪਣੇ ਗੁਰੂ ਦੇ ਕੋਲੋਂ ਮੈਨੂੰ ਭੁਗਤ ਦਵਾਓ ਨਾ, ਪਦਾਰਥ ਦਵਾਓ, ਜੇ ਮਹਾਰਾਜ ਦੇ ਕੋਲੋਂ ਸੰਸਾਰ ਵਾਲਾ ਪੱਖ ਜਿਹੜਾ ਮੇਰਾ ਸਹੀ ਕਰਾ ਦਿਓ, ਤੇ ਮੈਂ ਵੀ ਤੁਹਾਡੇ ਨਾਲ ਹੀ ਚੱਲਦਾ। ਤੇ ਮੁਕਤੀ ਦੀ ਤੇ ਲੋੜ ਨਹੀਂ, ਕਿਉਂਕਿ ਸੰਗਤ ਨੂੰ ਪੁੱਛਿਆ ਵੀ ਉਹ ਕੀ ਦਿੰਦੇ ਆ, ਤੇ ਸੰਗਤ ਨੇ ਕਿਹਾ ਮਹਾਰਾਜ ਮੁਕਤੀ ਵੀ ਬਖਸ਼ ਦਿੰਦੇ ਆ ਤੇ ਪਦਾਰਥ ਵੀ ਬਖਸ਼ਦੇ ਆ। ਇਹ ਕਹਿੰਦਾ ਮੁਕਤੀ ਤੇ ਮੈਨੂੰ ਨਹੀਂ ਚਾਹੀਦੀ, ਮੈਨੂੰ ਤੇ ਪਦਾਰਥ ਚਾਹੀਦੇ ਨੇ। ਤੇ ਜੇ ਮੈਨੂੰ ਖਾਣ ਪੀਣ ਜੋਗਾ ਕੋਈ ਪ੍ਰਸ਼ਾਦਾ ਪਾਣੀ ਮਿਲ ਜੇ ਢਿੱਡ ਭਰ ਕੇ, ਪਰਿਵਾਰ ਨੂੰ ਵੀ ਮੈਂ ਨਾਲ ਲੈ ਜਾਵਾਂ। ਉਹਨੇ ਕਹਿਓ ਉਹ ਹਾਂ ਦੋ ਕਲੀ। ਸੰਗਤ ਫੇਰ ਕਹਿਣ ਲੱਗੀ, ਕਹਿੰਦੇ ਗੱਲ ਹੀ ਕੋਈ ਨਹੀਂ, ਗੁਰੂ ਮਹਾਰਾਜ ਦਾ ਦਰਬਾਰ ਗੁਰੂ ਅਮਰਦਾਸ ਜੀ ਦਾ ਐਸਾ ਏ ਵੀ ਉੱਥੇ ਦੋਵੇਂ ਹੀ ਘਣੀਆਂ ਨੇ। ਉੱਥੇ ਕਹਿੰਦੇ ਵੀ ਰਿਧੀਆਂ ਸਿੱਧੀਆਂ ਵੀ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਪਦਾਰਥ ਵੇ, ਤੇ ਮਹਾਰਾਜ ਦੇ ਦਰਬਾਰ ਵਿੱਚੋਂ ਮੁਕਤੀ ਵੀ ਪ੍ਰਾਪਤ ਹੋ ਜਾਂਦੀ ਹੈ। ਜਿਹੜਾ ਦਿਲੋਂ ਭਾਵਨਾ ਦੇ ਨਾਲ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰ ਲੈਂਦਾ ਏ, ਉਹਦੇ ਕੋਲ ਕਹਿੰਦੇ ਵੀ ਬੇਅੰਤੀ ਮਾਇਆ ਉਤਰ ਆਉਂਦੀ ਆ। ਦਿਲੋਂ ਪਿਆਰ ਦੇ ਨਾਲ ਜਿਹੜਾ ਮਹਾਰਾਜ ਸਾਹਿਬ ਨੂੰ ਚੇਤੇ ਕਰਦਾ, ਮਹਾਰਾਜ ਦੇ ਅੱਗੇ ਤਨ ਮਨ ਭੇਟਾ ਕਰਦਾ ਏ, ਉਹ ਮਾਇਆ ਧਾਰੀ ਧਨੀ ਹੋ ਜਾਂਦਾ ਏ। ਸੰਸਾਰ ਦੇ ਤੌਰ ਤੇ ਵੀ ਤੇ ਪਰਲੋਕ ਵਿੱਚ ਵੀ ਨਾਮ ਦਾ ਧਨ ਉਹਨੂੰ ਮਿਲਦਾ ਏ। ਤੇ ਇਥੋਂ ਤੀਕ ਵੀ ਇਕੱਲਾ ਆਪ ਹੀ ਸ਼ਾਹੂਕਾਰ ਨਹੀਂ ਬਣਦਾ, ਸੰਗਤ ਕਹਿੰਦੀ ਉਹ ਹੋਰਾਂ ਨੂੰ ਵੀ ਦੇਣ ਵਾਲਾ ਹੋ ਜਾਂਦਾ। ਜਿਹੜੇ ਗੁਰੂ ਕੇ ਸਿੱਖ ਨੇ ਉਹ ਇਕੱਲਾ ਆਪ ਹੀ ਨਹੀਂ ਛਕਦੇ, ਜੇ ਆਪ ਛਕਣ ਜੋਗੇ ਹੁੰਦੇ ਆ ਤੇ ਹੋਰ ਦਸਾਂ ਦਾ ਢਿੱਡ ਭਰਦੇ ਹਨ। ਪਰ ਇਹ ਦਾਤ ਉਹਨੂੰ ਮਿਲਦੀ ਹੈ ਜਿਹੜਾ ਨਿਸ਼ਚੇ ਦੇ ਨਾਲ, ਦ੍ਰਿੜਤਾ ਦੇ ਨਾਲ ਮਹਾਰਾਜ ਦੇ ਚਰਨ ਸ਼ਰਨ ਪਵੇ, ਸਾਹਿਬਾਂ ਦੇ ਦਰਸ਼ਨ ਕਰੇ ਤੇ ਮਨ ਵਿੱਚ ਲੇਕਿਨ ਕਿੰਤੂ ਪਰੰਤੂ ਇਹ ਗੱਲ ਨਾ ਹੋਵੇ, ਅੜੋਲ ਨਿਸ਼ਚਾ ਹੋਵੇ ਮਹਾਰਾਜ ਤੇ ਸਾਹਿਬ ਜੀ ਘਰ ਭਰ ਦਿੰਦੇ ਹਨ। ਤੇ ਸੰਗਤ ਕੋ ਸੁਣ ਕੇ ਤੇ ਜਿਹੜਾ ਗੰਗੂ ਸੀ ਨਾ ਖੱਤਰੇ,
ਇਹ ਕਹਿਣ ਲੱਗਾ ਵੀ ਮੇਰੇ ਕੋਲ ਤੇ ਕੋਈ ਭੇਡਾਂ ਨਹੀਂ, ਮੇਰੇ ਕੋਲ ਕੋਈ ਪੈਸਾ ਨਹੀਂ ਹੈ ਜਿਹਦੇ ਨਾਲ ਮੈਂ ਗੁਰੂ ਨੂੰ ਮੱਥਾ ਟੇਕ ਸਕਾਂ। ਕਰ ਮਸਤਕ ਚਰਨ ਸੁਹਾਏ। ਫਿਰ ਇਹ ਦੱਸ ਵੀ ਸੰਗਤ ਨੂੰ ਕਹਿੰਦਾ ਇਹ ਦੱਸੋ ਵੀ ਮੈਂ ਤੁਹਾਡੇ ਸਤਿਗੁਰਾਂ ਦੇ ਜਾ ਕੇ ਚਰਨ ਕਿਵੇਂ ਛੂਹਾਂਗਾ। ਇਹਨੂੰ ਇਹ ਸੀ ਵੀ ਸ਼ਾਇਦ ਮਾਇਆ ਤੋਂ ਬਗੈਰ ਮਹਾਰਾਜ ਨੂੰ ਮੱਥਾ ਨਹੀਂ ਟੇਕ ਸਕਾਂਗੇ। ਤੇ ਕਹਿੰਦਾ ਮੇਰੇ ਕੋਲ ਤਾਂ ਭੇਡਾਂ ਚੜਾਉਣ ਨੂੰ ਕੋਈ ਮਾਇਆ ਨਹੀਂ, ਤੇ ਮੈਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਛੋਹ ਕਿਵੇਂ ਪ੍ਰਾਪਤ ਕਰਾਂ। ਔਰ ਕਹੀ ਉਨ ਮੋਏ ਪੈ ਖਰਚ ਖਾਨ ਕੋ ਨਾਹੀ। ਤੇ ਨਾਲ ਹੀ ਕਹਿੰਦਾ ਵੀ ਮੇਰੇ ਕੋਲ ਰਾਹ ਦੇ ਵਿੱਚ ਖਾਣ ਪੀਣ ਲਈ ਕੋਈ ਖਰਚ ਵੀ ਨਹੀਂ ਹੈ, ਵੀ ਜੇ ਮੈਂ ਤੁਹਾਡੇ ਨਾਲ ਚੱਲ ਪਿਆ ਤੇ ਦੱਸੋ ਵੀ ਮੇਰੇ ਕੋਲ ਤੇ ਕੋਈ ਰਸਤ ਬਸਤ ਹੈ ਨਹੀਂ, ਵੀ ਰਾਹ ਦੇ ਵਿੱਚ ਮੈਂ ਕਿੱਥੋਂ ਖਾਵਾਂਗਾ, ਕਿੱਥੋਂ ਲੈ ਕੇ ਭੋਜਨ ਪ੍ਰਸ਼ਾਦਾ ਛਕਾਂਗਾ। ਸਿੱਖਣ ਕਹਿਓ ਤੋਏ ਹੋਏ ਆਪ ਗੁਜ਼ਾਰੋ ਔਰ ਖਲਾਹੇ। ਸਿੱਖ ਕਹਿਣ ਲੱਗੇ ਤੂੰ ਗੁਰੂ ਮਹਾਰਾਜ ਦੀ ਸੰਗਤ ਦੇ ਨਾਲ ਚੱਲਿਆ ਏ, ਭੁੱਖਾ ਨਹੀਂ ਮਰਦਾ। ਰਾਹ ਦੇ ਵਿੱਚ ਜਿੱਥੇ ਅਸੀਂ ਲੰਗਰ ਪਕਾਵਾਂਗੇ ਤੇ ਨਾਲ ਤੈਨੂੰ ਵੀ ਛਕਾ ਲਿਆ ਕਰਾਂਗੇ, ਜਿੰਨਾ ਜੀ ਕਰਦਾ ਖੁੱਲਾ ਰੱਜ ਕੇ ਛਕ ਲਵੇਂ। ਸੋ ਸੁਨ ਸਾਥਿਓ ਨੈ ਕੇ ਰਲਾ। ਇਹਦਾ ਸਾਰੀ ਗੱਲਬਾਤ ਜਦੋਂ ਹੋ ਗਈ ਤੇ ਗੰਗੂ ਖੱਤਰੀ ਜਿਹੜਾ ਸੀ ਇਹ ਸੰਗਤ ਦੇ ਜਥੇ ਦੇ ਵਿੱਚ ਨਾਲ ਚੱਲ ਪਿਆ। ਜੋ ਗੋਂਦ ਵਾੜ ਗਏ ਚੱਲਾ। ਤੇ ਚੱਲਦਿਆਂ ਹੋਇਆਂ ਸ਼ਬਦ ਕੀਰਤਨ ਕਰਦਿਆਂ ਸੰਗਤ ਦੇ ਨਾਲ ਇਹ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਣ ਪਹੁੰਚਿਆ। ਸੰਗਤ ਦਰਸ਼ਨ ਸ੍ਰੀ ਗੁਰ ਪਾਇਓ। ਸਾਰੀਆਂ ਸੰਗਤਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਆ ਕੇ ਦਰਸ਼ਨ ਕੀਤੇ ਭਾਵਨਾ ਦੇ ਨਾਲ। ਪਰ ਦਖਨਾ ਪੂ ਮਾਥ ਟਿਕਾਇਓ। ਮਹਾਰਾਜ ਦੀ ਪ੍ਰਦਖਣਾ ਕੀਤੀ, ਪਰਿਕਰਮਾ ਕੀਤੀ ਸਤਿਗੁਰੂ ਸਾਹਿਬ ਜੀ ਦੀ, ਤੇ ਧਰਤੀ ਤੇ ਮੱਥਾ ਰੱਖ ਕੇ ਸਿਰ ਰੱਖ ਕੇ ਮੱਥਾ ਟੇਕਿਆ। ਹਰ ਭੇਟਾ ਗੁਰ ਬਚਨ ਸੁਨਾਇਓ। ਮਹਾਰਾਜ ਸਾਹਿਬ ਜੀ ਦੇ ਅੱਗੇ ਜਿੰਨੀ ਕੋਈ ਕਿਸੇ ਨੇ ਭੇਟਾ ਲਿਆਂਦੀ ਸੀ, ਜਿੰਨਾ ਕਿਸੇ ਦਾ ਬਲ ਪੈਂਦਾ ਸੀ, ਉਹ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਅੱਗੇ ਰੱਖੇ। ਤੇ ਸਤਿਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬਚਨ ਕੀਤਾ, ਸੰਗਤ ਜੀ ਗੁਰੂ ਨਾਨਕ ਸਾਹਿਬ ਤੁਹਾਡੀ ਸਾਰਿਆਂ ਦੀ ਤਿਲ ਫੁਲ ਭੇਟਾ ਪ੍ਰਵਾਨ ਕਰਨ। ਇੱਛਤ ਫਲ ਸੰਗਤ ਪਾਇਓ। ਸਤਿਗੁਰੂ ਸਾਹਿਬ ਕਹਿਣ ਲੱਗੇ ਜੋ ਵੀ ਤੁਸੀਂ ਮਾਈ ਭਾਈ ਆਏ ਹੋ ਤੁਹਾਡੇ ਮਨ ਦੀ ਇੱਛਾ ਪੂਰੀ ਹੋਵੇ। ਤੇ ਸਾਹਿਬਾਂ ਦੇ ਕਹਿਣ ਦੇ ਨਾਲ ਸਾਰੀਆਂ ਸੰਗਤਾਂ ਨੇ ਮਨ ਇੱਛਤ ਫਲ ਪਾ ਲਏ। ਜਿਉਂ ਸੰਗਤ ਚੜਾਵੇ ਧਨੋ। ਇਹ ਗੰਗੂ ਖੱਤਰੀ ਜਿਹੜਾ ਇਹ ਪਿਛਾਂ ਹੀ ਅਜੇ ਬੈਠਾ, ਇਹ ਅੱਗੇ ਨਹੀਂ ਆ ਰਿਹਾ। ਜਿਉਂ-ਜਿਉਂ ਸੰਗਤ ਆ ਰਹੀ ਹੈ ਮਹਾਰਾਜ ਨੂੰ ਮਾਇਆ ਰੱਖ ਰਹੀ ਹੈ, ਜਿਉਂ-ਜਿਉਂ ਸੰਗਤ ਮਾਇਆ ਦਾ ਢੇਰ ਗੁਰੂ ਸਾਹਿਬ ਅੱਗੇ ਲਾ ਰਹੀ ਹੈ। ਸ਼ਰਮਿੰਦੋ ਗੰਗੋ ਘਨੋ। ਇਹ ਗੰਗੂ ਖੱਤਰੀ ਬੜਾ ਸ਼ਰਮਿੰਦਾ ਹੋ ਰਿਹਾ ਹੈ ਵੀ ਸੰਗਤ ਵੇਖੋ ਵੀ ਪੈਸੇ ਲੈ ਕੇ ਆਏ ਨੇ ਘਰੋਂ, ਦਸਵੰਧ ਲਿਆਇਆ ਹੈ, ਕੋਈ ਕੀਮਤੀ ਵਸਤਰ ਹੋਰ ਵਸਤੂਆਂ ਮਹਾਰਾਜ ਨੂੰ ਭੇਟਾ ਕਰ ਰਿਹਾ ਹੈ, ਤੇ ਮੇਰੇ ਕੋਲ ਤਾਂ ਕੁਝ ਹੈ ਨਹੀਂ। ਤੋ ਗੰਗੋ ਕਾ ਗੋੜਾ ਤੇ ਢੀਲਾ। ਇਹ ਗੁੜ ਵੇਚਦਾ ਆ ਰਿਹਾ ਸੀ ਤੇ ਥੋੜਾ ਜਿਹਾ ਇਹਦੇ ਕੋਲ ਗੁੜ ਸੀ, ਪਰ ਉਹ ਵੀ ਢਿੱਲਾ ਹੋ ਗਿਆ। ਗਰਮੀ ਦੇ ਵਿੱਚ ਗੁੜ ਜਿਹੜਾ ਹੈ ਨਾ ਢਿੱਲ ਜੀ ਮਾਰ ਜਾਂਦਾ ਹੈ, ਜਿਵੇਂ ਪਿਘਲ ਜੇ ਜਾਂਦਾ ਹੈ, ਤੇ ਖਾਣ ਦੇ ਯੋਗ ਵੀ ਨਾ ਰਿਹਾ। ਨਾ ਸਕੇ ਮੁਖ ਹੋਇਓ ਪੀਲਾ। ਤੇ ਇਸ ਕਰਕੇ ਡਰਦਾ ਹੋਇਆ ਗੁੜ ਵੀ ਅੱਗੇ ਨਹੀਂ ਰੱਖਦਾ, ਵੀ ਗੁੜ ਵੀ ਤੇ ਖਰਾਬ ਜਿਹਾ ਏ, ਵੀ ਜੇ ਚੰਗਾ ਗੁੜ ਹੁੰਦਾ ਤੇ ਭੇਟਾ ਕਰ ਦਿੰਦਾ ਮਹਾਰਾਜ ਨੂੰ। ਇਹ ਵੇਖ ਕੇ ਇਹਦੇ ਨਾਲ ਚਿਹਰੇ ਦਾ ਰੰਗ ਪੀਲਾ ਜਿਹਾ ਪੈ ਗਿਆ ਵੀ ਮੈਂ ਇੱਥੇ ਆ ਤੇ ਗਿਆ ਹਾਂ, ਸਾਰੇ ਮਾਇਆ ਤੇ ਹੋਰ ਪਦਾਰਥਾਂ ਨਾਲ ਮੱਥਾ ਟੇਕ ਰਹੇ ਨੇ, ਤੇ ਮੈਂ ਮਹਾਰਾਜ ਸਾਹਿਬ ਜੀ ਨੂੰ ਕੀ ਮੱਥਾ ਟੇਕਾਂ। ਉਹ ਸਤਿਗੁਰ ਸੇ ਜਾਣੀ ਜਾਣ। ਪਰ ਅੱਗੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਨੇ। ਸਿੱਖ ਜਿਹੜਾ ਆ ਗਿਆ ਗੁਰੂ ਦੇ ਦਰਬਾਰ ਦੇ ਵਿੱਚ, ਇਹਦੇ ਦਿਲ ਦੇ ਵਿੱਚ ਕੀ ਚੱਲ ਰਿਹਾ ਹੈ। ਇੱਕ ਤੇ ਮੂੰਹ ਨਾਲ ਗੱਲ ਬੋਲੀ ਹੈ, ਉਹ ਤੇ ਆਮ ਹੀ ਸੁਣ ਜਾਂਦੀ ਹੈ, ਪਰ ਅੰਦਰ ਕੀ ਬੋਲ ਰਿਹਾ, ਅੰਦਰ ਗੱਲਾਂ ਕਰਦਾ ਹੈ। ਆਪਾਂ ਬੈਠੇ ਆ ਨਾ ਸਾਰੇ ਇੱਥੇ ਚੁੱਪ ਕਰਕੇ ਬੈਠੇ ਹੋਈਏ, ਪਰ ਸਾਡੇ ਅੰਦਰ ਗੱਲਾਂ ਚੱਲਦੀਆਂ ਨੇ। ਪਰ ਮਹਾਰਾਜ ਜਾਣੀ ਜਾਣ ਨੇ ਜਦੋਂ ਸਤਿਗੁਰਾਂ ਵੇਖਿਆ ਵੀ ਇਹ ਅੰਦਰ ਹੀ ਗੱਲਾਂ ਕਰ ਰਿਹਾ ਏ, ਸੰਸੇਵਾਨ ਸਿੱਖ ਲਿਓ ਪਛਾਣ। ਮਹਾਰਾਜ ਨੇ ਪਛਾਣ ਲਿਆ ਵੀ ਸਿੱਖ ਸੰਸੇ ਦੇ ਵਿੱਚ ਆ, ਵੀ ਇਹਨੂੰ ਫਿਕਰ ਹੈ, ਇਹਨੂੰ ਕੋਈ ਝੋਰਾ ਏ। ਉਹ ਸਤਿਗੁਰ ਸਿੱਖ ਆਗੇ ਆਵ। ਇਹ ਜਿਹੜਾ ਗੰਗੂ ਖੱਤਰੀ ਸੀ, ਇਹਨੂੰ ਆਵਾਜ਼ ਮਾਰ ਕੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਸਿਖਾ ਪਛਾਣ ਨੂੰ ਕਿਉਂ ਪੈਰ ਖਸਕਾਉਣਾ ਆ, ਅੱਗੇ ਸਾਡੇ ਨੇੜੇ ਆ। ਰੋ ਭੇਟ ਨੇ ਮਨ ਸੰਕਾਵੋ। ਮਨ ਦੇ ਵਿੱਚ ਸ਼ੰਕਾ ਨਾ ਕਰ, ਜੋ ਵੀ ਤੇਰੇ ਕੋਲ ਭੇਟਾ ਹੈਗੀ ਆ ਲਿਆ, ਸਾਡੇ ਅੱਗੇ ਹੀ ਮੱਥਾ ਟੇਕ ਦੇ। ਸੁਦਾਮੇ ਤੰਦਲ ਲੋੜ। ਪਾਤਸ਼ਾਹ ਕਹਿੰਦੇ ਜਦੋਂ ਕ੍ਰਿਸ਼ਨ ਨੂੰ ਮੱਥਾ ਟੇਕਣ ਗਿਆ ਨਾ ਸੁਦਾਮਾ, ਘਰੋਂ ਤੁਰਿਆ ਤੇ ਘਰਦੀ ਨੂੰ ਕਹਿੰਦਾ ਵੀ ਉਹ ਤੇ ਰਾਜਾ ਏ, ਤੇ ਥੋੜੀ ਬਹੁਤ ਭੇਟਾ ਕੋਈ ਦੇ ਦਵਾਂ। ਤੇ ਘਰ ਦੇ ਵਿੱਚ ਕਣੀਆਂ ਜੀਆਂ ਸੀ, ਥੋੜੇ ਜਿਹੇ ਚੌਲ ਉਹ ਪੱਲੇ ਬੰਨ ਤੇ
ਤੇ ਡਰਦਾ ਲੁਕਾਈ ਫਿਰਦਾ ਸੀ, ਪਰ ਕ੍ਰਿਸ਼ਨ ਜੀ ਨੇ ਮੰਗ ਕੇ ਲੈ ਲਏ ਤੇ ਛਕੇ। ਮਹਾਰਾਜ ਨੇ ਇੱਕ ਉਦਾਹਰਨ ਦਿੱਤੇ। ਪਾਤਸ਼ਾਹ ਕਹਿਣ ਲੱਗੇ, ਸੁਦਾਮੇ ਦੀ ਸਾਖੀ ਤੇ ਤੂੰ ਸੁਣੀ ਹੈ? ਕਹਿੰਦੇ ਹਾਂ। ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਦਾ ਘਰ ਜਿਹੜਾ ਹੈ ਨਾ, ਇੱਥੇ ਤਾਂ ਜੋ ਤਿਲ ਫੁੱਲ ਕੋਈ ਲੈ ਕੇ ਆਂਦਾ ਏ ਉਹੀ ਪ੍ਰਵਾਨ ਹੈ। ਇੱਥੇ ਅਸੀਂ ਬਹੁਤੀਆਂ ਵੱਡੀਆਂ ਵਸਤੂਆਂ ਨਹੀਂ ਕਿਸੇ ਦੀਆਂ ਪ੍ਰਵਾਨ ਕਰਦੇ। ਜਿਹੜਾ ਕੋਈ ਤਿਲ ਫੁੱਲ ਭੇਟਾ ਲੈ ਕੇ ਆਵੇ ਉਹ ਗੁਰੂ ਘਰ ਦੇ ਪ੍ਰਵਾਨ ਹੈ। ਤੂੰ ਡਰਦਾ ਕਿਉਂ ਹੈ? ਜੋ ਤੇਰੇ ਕੋਲ ਹੈ ਨਿਸ਼ੰਕ ਹੋ ਕੇ ਮੱਥਾ ਟੇਕ। ਇਹੀ ਹਮਕੋ ਲੱਖ ਕਰੋੜ। ਸਤਿਗੁਰੂ ਕਹਿੰਦੇ ਜੋ ਸੰਗਤ ਤਿਲ ਫੁੱਲ ਭੇਟਾ ਚੜਾਉਂਦੀ ਆ ਨਾ, ਇਹ ਸਾਨੂੰ ਲੱਖਾਂ ਕਰੋੜਾਂ ਦੀ ਨਿਆਈ ਹੈ, ਤੇ ਤੂੰ ਜੋ ਹੈਗਾ ਤੇਰੇ ਕੋਈ ਮੱਥਾ ਟੇਕ ਦੇ। ਗੁੜ ਗੰਗੋ ਟਿਕ ਧਰ ਕਹੇ ਦੋਹਰਾ, ਗੁੜ ਗੰਗੋ ਟਿਕ ਧਰ ਕਹਿਓ, ਸ਼੍ਰੀ ਗੁੜ ਜਾਣੀ ਜਾਣ। ਇਹ ਗੰਗੂ ਖੱਤਰੀ ਨੇ ਮਹਾਰਾਜ ਦੇ ਅੱਗੇ ਜਿਹੜਾ ਢਿੱਲਾ ਜਿਹਾ ਖਰਾਬ ਜਿਹਾ ਗੁੜ ਸੀ, ਗੁਰਾਂ ਦੇ ਕਹਿਣ ਤੇ ਉਹ ਅੱਗੇ ਰੱਖ ਕੇ ਮੱਥਾ ਟੇਕਿਆ। ਦੋਵੇਂ ਹੱਥ ਜੋੜ ਕੇ ਖਲੋ ਗਿਆ, ਕਹਿਣ ਲੱਗਾ, ਹੇ ਸ਼੍ਰੀ ਸਤਿਗੁਰੂ ਜੀ, ਤੁਸੀਂ ਅੰਤਰਜਾਮੀ ਹੋ ਮਹਾਰਾਜ, ਦਿਲ ਦੀਆਂ ਜਾਣਦੇ ਹੋ ਭਾਵੇਂ। ਮੋਕੋ ਰਿਜਕ ਸਦੀਜੀਏ, ਕੋਈ ਸੌਂਪੀਏ ਟਹਿਤ ਪਛਾਣ। ਆਏ ਰਿਜਕ ਦਾ ਇਹ ਭੁਗਤ ਦਾ ਭੁੱਖਾ ਆਇਆ ਸੀ ਨਾ, ਇਹਨੇ ਉਹੀ ਮੰਗਿਆ। ਕਹਿਣ ਲੱਗਾ, ਮਹਾਰਾਜ ਮੈਨੂੰ ਤਾਂ ਖਾਣ ਵਾਸਤੇ ਰੋਟੀ ਪ੍ਰਸ਼ਾਦਾ ਚਾਹੀਦਾ, ਵੀ ਢਿੱਡ ਭਰ ਕੇ ਸਾਰਾ ਟੱਬਰ ਅਸੀਂ ਖਾ ਪੀ ਲਈਏ। ਤੇ ਮਹਾਰਾਜ ਪਹਿਲਾਂ ਮੇਰੇ ਖਾਣ ਦਾ ਪ੍ਰਬੰਧ ਕਰੋ, ਜੇ ਖਾਣ ਪੀਣ ਵਾਸਤੇ ਮੈਨੂੰ ਕੁਝ ਮਿਲੇਗਾ ਰੋਟੀ ਪ੍ਰਸ਼ਾਦਾ ਤੇ ਫੇਰ ਮੈਂ ਸੇਵਾ ਵੀ ਕੋਈ ਕਰਾਂਗਾ। ਮੈਨੂੰ ਟਹਿਲ ਵੀ ਦੇ ਦਿਓ, ਜਿਹੜੇ ਮੈਂ ਯੋਗ ਤੁਹਾਨੂੰ ਲੱਗਦਾ ਹਾਂ ਤੇ ਉਹ ਸੇਵਾ ਮੈਨੂੰ ਬਖਸ਼ ਦਿਓ। ਭਈ ਸ਼੍ਰੀ ਸਤਿਗੁਰ ਤਿਸੀ ਹੱਸ ਫਰਮਾਇਓ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਇੱਥੇ ਹਜ਼ਾਰਾਂ ਲੱਖਾਂ ਜਿਹੜੇ ਲੋੜਵੰਦ ਹੈ ਪ੍ਰਸ਼ਾਦਾ ਛਕਦੇ ਨੇ ਗੁਰੂ ਕੇ ਲੰਗਰਾਂ ਚੋਂ, ਤੂੰ ਵੀ ਛਕ ਲਾ ਰੱਜ ਕੇ। ਤੇ ਨਾਲ ਹੀ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬੌਲੀ ਕਹਿ ਸੋ ਲਾਇਓ। ਸਤਿਗੁਰਾਂ ਨੇ ਕਿਹਾ ਵੀ ਬੌਲੀ ਸਾਹਿਬ ਦੀ ਸੇਵਾ ਚੱਲ ਰਹੀ ਹੈ, ਜਿੱਥੇ ਹੋਰ ਸੰਗਤ ਬੌਲੀ ਸਾਹਿਬ ਦੀ ਸੇਵਾ ਕਰ ਰਹੀ ਹੈ, ਭਾਈ ਤੂੰ ਵੀ ਉੱਥੇ ਸੇਵਾ ਕਰ। ਕੜੋ ਬੌਲੀ ਟੁੱਟ ਤੋ ਨਾਹੀ। ਜਦੋਂ ਇਹ ਗੰਗੂ ਖੱਤਰੀ ਆਇਆ ਨਾ ਮਹਾਰਾਜ ਦੇ ਕੋਲ, ਬੌਲੀ ਸਾਹਿਬ ਦੀ ਡੂੰਘਾਈ ਬਹੁਤ ਹੋ ਗਈ ਹੈ ਤੇ ਥੱਲੇ ਕਾੜੇ ਅੜ ਗਿਆ। ਇੱਕ ਪੱਥਰ ਆ ਗਿਆ ਤੇ ਉਹ ਟੁੱਟਦਾ ਨਹੀਂ ਹੈ। ਸੰਗਤ ਬੜੇ ਮੈਦਾਨ ਮਾਰਦੀ, ਬੜਾ ਯਤਨ ਕੀਤਾ ਜਾ ਰਿਹਾ ਹੈ, ਕਿਉਂਕਿ ਪੱਥਰ ਟੁੱਟੇ ਤੇ ਹੇਠਾਂ ਤੋਂ ਪਾਣੀ ਫੇਰ ਨਿਕਲਣਾ ਏ। ਸੰਗਤ ਸਭ ਟਹਿਲ ਕਮਾਏ। ਬਹੁਤ ਸਿੱਖ ਸੰਗਤਾਂ ਰਲ ਮਿਲ ਕੇ ਬੌਲੀ ਸਾਹਿਬ ਦੀ ਸੇਵਾ ਕਰਦੀਆਂ ਨੇ। ਸਮੋ ਪਹੁੰਚਿਓ ਨੇੜੇ ਆਏ। ਇਹਦੇ ਹੁਣ ਕੜ ਟੁੱਟਣ ਦਾ ਸਮਾਂ ਜਿਹੜਾ ਸੀ ਉਹ ਨੇੜੇ ਆਣ ਪਹੁੰਚਿਆ। ਜਿਮ ਸਤਿਗੁਰ ਤੋਂ ਕੜੋ ਤੁੜਾਏ। ਜੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਾਨਕ ਚੰਦ ਜਿਹੜਾ ਸਭ ਤੋਂ ਅੱਗੇ ਸੇਵਾ ਕਰ ਰਿਹਾ ਸੀ, ਅਤੇ ਹੋਰ ਸੰਗਤ ਉਹਦੇ ਨਾਲ ਹੀ ਇਹ ਗੰਗੂ ਵੀ ਸੇਵਾ ਕਰ ਰਿਹਾ ਸੀ। ਜਿਵੇਂ ਸਤਿਗੁਰਾਂ ਨੇ ਆਪ ਕਿਰਪਾ ਕਰਕੇ ਸੰਗਤ ਦੇ ਕੋਲੋਂ ਕੜ ਤੁੜਾਇਆ। ਕੜ ਚਤੌੜ ਅਕਬਰ ਚਾ ਤੋੜਿਓ। ਤੇ ਜਿਹੜਾ ਚਤੌੜ ਦਾ ਕਿਲਾ ਰਾਜਪੂਤ ਜੀ ਦੇ ਵਿੱਚ ਆਕੀ ਹੋ ਕੇ ਬਹਿ ਗਏ ਸਨ, ਜਿਵੇਂ ਮਹਾਰਾਜ ਨੇ ਕਿਰਪਾ ਕਰਕੇ ਬੌਲੀ ਸਾਹਿਬ ਦੇ ਬਹਾਨੇ ਉਹਦਾ ਕਿਲਾ ਵੀ ਫਤਿਹ ਕਰਾਇਆ। ਸ੍ਰੀ ਗੁਰ ਹੋਤੋ ਕੜਾ ਸੰਗ ਜੋੜਿਓ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਪ ਹੀ ਕਹਿੰਦੇ ਸੰਗਤ ਕੋ ਸੇਵਾ ਲੈਣ ਦੇ ਲਈ ਇਹ ਕੜ ਅੱਗੇ ਲਿਆਂਦਾ ਸੀ, ਵੀ ਸੰਗਤ ਕਿੰਨੀ ਭਾਵਨਾ ਵਿਖਾਉਂਦੀ ਹੈ। ਸਮੇਂ ਇਕੈ ਦੋ ਟੁੱਟ ਗਏ। ਮਹਾਰਾਜ ਦੀ ਕਿਰਪਾ ਹੋਏ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਬੌਲੀ ਸਾਹਿਬ ਦੇ ਅੰਦਰ ਜਿਹੜਾ ਪੱਥਰ ਆਇਆ, ਪਾਣੀ ਦੇ ਵਿੱਚ ਰੁਕਾਵਟ ਬਣਿਆ ਰੋੜਾ, ਉਹ ਟੁੱਟ ਗਿਆ ਤੇ ਗੁਰਾਂ ਦੀ ਕਿਰਪਾ ਦੇ ਨਾਲ ਸਮਾਂ ਪਾ ਕੇ ਚਤੌੜ ਦਾ ਕਿਲਾ ਵੀ ਫਤਿਹ ਹੋ ਗਿਆ। ਗੁਰੂ ਫਤਿਹ ਦਰ ਕਏ। ਤੇ ਭਾਈ ਮਾਨਕ ਚੰਦ ਉਹ ਤੇ ਭਾਈ ਇਹ ਗੰਗੂ ਇਹ ਸਭ ਤੋਂ ਅੱਗੇ ਲੱਗੇ ਸਨ। ਇਹਨਾਂ ਦੇ ਨਾਂ ਤੇ ਫਤਿਹ ਆ ਗਈ ਵੀ ਮਹਾਰਾਜ ਦੀ ਸੇਵਾ ਕਰਦੇ ਆ, ਕੜ ਇਹਨਾਂ ਨੇ ਤੋੜਿਆ ਹੈ। ਜਿਵੇਂ ਗੰਗੂ ਨੂੰ ਤੇ ਸੰਗਤ ਪਹਿਲਾਂ ਬਾਹਰ ਕੱਢ ਲਿਆਈ ਤੇ ਭਾਈ ਮਾਨਕ ਚੰਦ ਵੀ ਸੀ, ਉਹ ਵਿੱਚੇ ਰਹਿ ਗਿਆ। ਸੰਗਤ ਨੂੰ ਇੰਨੀ ਖੁਸ਼ੀ ਹੋਈ ਕਿ ਉਹਦਾ ਧਿਆਨ ਨਾ ਕਿਸੇ ਨੇ ਦਿੱਤਾ। ਤੇ ਉਹਦੀ ਮਾਤਾ ਆਈ, ਕਹਿਣ ਲੱਗੀ, ਮਹਾਰਾਜ ਮੇਰਾ ਮਾਨਕ ਡੁੱਬ ਗਿਆ। ਤੇ ਸਤਿਗੁਰੂ ਕਹਿੰਦੇ, ਮਾਈ ਮਾਨਕ ਡੁੱਬਦੇ ਨਹੀਂ ਹੁੰਦੇ। ਤੇ ਭਾਈ ਮਾਨਕ ਚੰਦ ਉਸੇ ਵੇਲੇ ਬਾਹਰ ਆ ਗਿਆ, ਉੱਤੇ ਆ ਗਿਆ। ਸੰਗਤ ਨੇ ਬਾਹਰ ਕੱਢ ਕੇ ਉਹਦੀ ਸੇਵਾ ਕੀਤੀ। ਇੱਕ ਤੇ ਉਹ ਭਾਈ ਮਾਨਕ ਚੰਦ ਸੀ ਤੇ ਦੂਸਰਾ ਇਹ ਗੰਗੂ। ਇਹਨੂੰ ਵੀ ਸੰਗਤ ਦੀ ਸੇਵਾ, ਮਹਾਰਾਜ ਦੀ ਸੇਵਾ ਕਰਕੇ ਇਹਦੇ ਫਤਿਹ ਪ੍ਰਾਪਤ ਹੋਈ। ਇਹਦੇ ਵੀ ਸਿਰ ਦੇ ਉੱਤੇ ਕਹਿੰਦੇ ਸ਼ੋਭਾ ਆ ਗਏ। ਮਾਂ ਕੁਸੇ ਸੋ ਕਹੀ। ਜਿੱਥੇ ਹੋਰ ਸੰਗਤਾਂ ਨੇ ਜੋ ਜੋ ਮੰਗਿਆ ਮਹਾਰਾਜ ਨੇ ਦਿੱਤਾ।
ਇਸੇ ਤਰ੍ਹਾਂ ਕਹਿੰਦੇ ਗੰਗੂ ਖੱਤਰੀ ਨੇ ਸੇਵਾ ਕੀਤੀ ਬੌਲੀ ਸਾਹਿਬ ਦੀ ਤੇ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਵੀ ਮੰਗ ਸਿੱਖਾ ਕੀ ਮੰਗਦਾ ਹੈ। ਹੁੰਡੀ ਵਾਰ ਉਹਨੇ ਮੰਗਦੇ ਇਹਨੇ ਮੁਕਤੀ ਫੇਰ ਨਾ ਮੰਗੀ। ਕਹਿਣ ਲੱਗਾ ਮਹਾਰਾਜ ਮੈਨੂੰ ਹੁੰਡੀ ਵਾਲਾ ਬਣਾ ਦਿਓ, ਭਾ ਮੈਨੂੰ ਸ਼ਾਹੂਕਾਰ ਬਣਾ ਦਿਓ। ਜਿਵੇਂ ਅੱਜ ਕੱਲ੍ਹ ਬੈਂਕਾਂ ਹੁੰਦੀਆਂ ਨੇ ਤੇ ਬੈਂਕਾਂ ਦੇ ਵਿੱਚ ਡਰਾਫਟ ਜਾਂ ਚੈੱਕ ਲਾਇਆ ਜਾਂਦਾ ਹੈ ਤੇ ਉਹਦੇ ਵੰਡੇ ਅੱਗਿਓਂ ਕੈਸ਼ ਮਿਲਦਾ ਹੈ ਨਾ, ਜਿੰਨਾ ਕੋਈ ਚੈੱਕ ਭਰਿਆ ਹੋਵੇ ਜਾਂ ਡਰਾਫਟ ਬਣਿਆ ਹੋਵੇ। ਇਸੇ ਤਰ੍ਹਾਂ ਪੁਰਾਣੇ ਸਮਿਆਂ ਦੀ ਬੈਂਕ ਇਹੀ ਹੁੰਦੀ ਸੀ ਵੀ ਕੋਈ ਸ਼ਾਹੂਕਾਰ ਜਿਹੜਾ ਸੀ ਨਾ ਉਹਦੇ ਕੋਲ ਦੂਜੇ ਸ਼ਾਹੂਕਾਰ ਹੁੰਡੀ ਲਿਖ ਕੇ ਭੇਜ ਦਿੰਦੇ ਸਨ ਵੀ ਇਹਨੂੰ ਇੰਨੇ ਪੈਸੇ ਦੇ ਦੇ। ਉਹ ਕਾਗਜ਼ ਤੇ ਲਿਖੇ ਦਾ ਕੈਸ਼ ਕਰ ਦੇਣਾ ਤੇ ਉਹ ਸ਼ਾਹੂਕਾਰ ਫਿਰ ਹੁੰਡੀ ਭੇਜਣ ਵਾਲੇ ਕੋ ਸਮਝ ਲਓ ਵੀ ਚੈੱਕ ਭੇਜਣ ਵਾਲੇ ਕੋ ਮਾਇਆ ਫਿਰ ਬਾਅਦ ਵਿੱਚ ਲੈ ਲੈਂਦਾ ਸੀ ਹਿਸਾਬ ਕਰਕੇ। ਇਹ ਕਹਿੰਦਾ ਮਹਾਰਾਜ ਮੈਨੂੰ ਹੁੰਡੀ ਵਾਲਾ ਬਣਾ ਦਿਓ, ਭਾਵ ਸ਼ਾਹੂਕਾਰ ਬਣਾ ਦਿਓ ਵੀ ਲੋਕ ਹੁੰਡੀਆਂ ਲੈ ਕੇ ਆਉਣ ਤੇ ਮੈਂ ਉਹਨਾਂ ਨੂੰ ਪੈਸੇ ਦਿਆ ਕਰਾਂ। ਸਤਿਗੁਰ ਭੇਜਿਓ ਦਿੱਲੀ ਵਾਏ। ਮਹਾਰਾਜ ਕਹਿੰਦੇ ਸਿੱਖਾ ਜੇ ਤੇਰੀ ਇਹ ਇੱਛਾ ਹੈ ਤੇ ਜਾ ਦਿੱਲੀ ਦੇ ਵਿੱਚ ਚਲਾ ਜਾ, ਉੱਥੇ ਜਾ ਕੇ ਸ਼ਾਹੂਕਾਰ ਬਣ ਜਾਏਗਾ। ਹੁਣ ਤੇ ਨਾਮ ਤੇਰਾ ਗੰਗੂ ਹੈ। ਸਾਹਿਬ ਕਹਿੰਦੇ ਤੂੰ ਗੰਗੂ ਸ਼ਾਹ ਹੋਵੇਂਗਾ। ਹੁੰਡੀ ਵਾੜ ਭਇਓ ਤੇ ਜਾਏ। ਇਹ ਗੰਗੂ ਸ਼ਾਹ ਬਣ ਗਿਆ, ਦਿੱਲੀ ਦੇ ਵਿੱਚ ਪਹੁੰਚਿਆ ਤੇ ਉੱਥੇ ਹੁੰਡੀ ਵਾਲਾ ਬਣ ਗਿਆ। ਹੁਣ ਲੋਕ ਆਉਂਦੇ ਨੇ ਦੂਜੇ ਸ਼ਹਿਰਾਂ ਪਿੰਡਾਂ ਚੋਂ, ਕਾਗਜ਼ ਦੇ ਉੱਤੇ ਲਿਖਿਆ ਹੁੰਦਾ ਵੀ ਇਹਨੂੰ ਇੰਨੇ ਟਕੇ ਦੇ ਦਿਓ, ਉਸ ਵੇਲੇ ਕੱਢ ਕੇ ਦੇ ਦਿੰਦਾ ਹੈ। ਇੰਨੇ ਪੈਸੇ ਦੇ ਦਿਓ, ਉਸ ਵੇਲੇ ਦੇ ਦਿੰਦਾ ਹੈ। ਹੁੰਡੀ ਤਬ ਵਾਦਾ ਭਇਓ। ਇਸ ਤਰ੍ਹਾਂ ਕਹਿੰਦੇ ਵੀ ਹੁੰਡੀ ਚੱਲ ਗਈ, ਇਹਦਾ ਸ਼ਾਹੂਕਾਰ ਦਾ ਕੰਮ ਚੰਗਾ ਚੱਲ ਪਿਆ ਤੇ ਉਸ ਕੰਮ ਦੇ ਵਿੱਚ ਬਹੁਤਾ ਹੀ ਵਾਧਾ ਹੋਇਆ। ਮਾਇਆ ਕਹਿੰਦੇ ਬਹੁਤੀ ਆ ਗਈ, ਬਹੁਤੀ ਬਰਕਤ ਪੈ ਗਈ। ਤੇ ਕਹਿੰਦੇ ਵੀ ਜਦੋਂ ਮਾਇਆ ਵੱਧਦੀ ਹੈ ਨਾ, ਮਾਇਆ ਵੱਡਿਆਂ ਦੀ ਮੱਤ ਮਾਰ ਦਿੰਦੀ ਹੈ। ਇਹਦੇ ਕੋਲ ਧਨ ਤਾਂ ਗੰਗੂ ਸ਼ਾਹ ਦੇ ਕੋਲ ਬਹੁਤ ਆ ਗਿਆ, ਪਰ ਹੰਕਾਰ ਦੇ ਵਿੱਚ ਆਫਰ ਗਿਆ। ਅਫਰੇਵਾ ਬੜਾ ਤੰਗ ਕਰਦਾ ਹੈ ਨਾ, ਇਹਨੂੰ ਮਾਇਆ ਦੇ ਹੰਕਾਰ ਦਾ ਫਰੇਵਾ ਆ ਗਿਆ। ਸ਼੍ਰੀ ਗੁਰ ਭੇਜੀ ਹੁੰਡੀ ਗੰਗੂ ਮਾਨੀ ਨਾਹੇ। ਇਹਦੇ ਵੀ ਇਹਦੇ ਹੰਕਾਰ ਦਾ ਏਦਾਂ ਪਤਾ ਲੱਗਿਆ ਵੀ ਇੱਕ ਵਾਰ ਕੋਈ ਸਿੱਖ ਆਇਆ ਦਿੱਲੀ ਦੇ ਇਲਾਕੇ ਦਾ ਵੀ ਮਹਾਰਾਜ ਮੇਰੀ ਬੱਚੀ ਦਾ ਵਿਆਹ ਹੈ ਤੇ ਕਿਰਪਾ ਕਰੋ। ਸਤਿਗੁਰਾਂ ਹੁੰਡੀ ਲਿਖਤੀ ਵੀ ਜਾ ਦਿੱਲੀ 'ਚ ਚਲਾ ਜਾ ਤੇ ਉੱਥੇ ਗੰਗੂ ਸ਼ਾਹ ਦੇ ਨਾਮ ਦਾ ਸਾਡਾ ਸਿੱਖ ਹੈ, ਇਹ ਹੁੰਡੀ ਉਹਦੇ ਕੋਲ ਕੈਸ਼ ਕਰਾ ਲਈ, ਪਾਓ ਤੈਨੂੰ ਪੈਸੇ ਦੇ ਦੇਗਾ ਵਿਆਹ ਜੋਗੇ। ਉਹ ਸਿੱਖ ਮਹਾਰਾਜ ਦੇ ਕੋਲ ਹੁੰਡੀ ਲੈ ਕੇ ਚਲਾ ਗਿਆ। ਉਸ ਸਮੇਂ ਦਾ ਕਹਿ ਲਓ ਚੈੱਕ ਲੈ ਕੇ ਗਿਆ। ਜਦੋਂ ਗੰਗੂ ਨੂੰ ਕਿਹਾ ਵੀ ਇਹਦੇ ਵੰਡੇ ਵੀ ਮੈਨੂੰ ਮਾਇਆ ਦੇ ਤੇ ਉਸ ਵੇਲੇ ਨੇ ਮਹਾਰਾਜ ਦੀ ਹੁੰਡੀ ਮੰਨੀ ਨਹੀਂ। ਕਹਿੰਦਾ ਕਿਹੜੇ ਸਤਿਗੁਰੂ, ਮੈਂ ਸਤਿਗੁਰੂ ਨੂੰ ਜਾਣਦਾ ਹੀ ਨਹੀਂ। ਤਿਸ ਕਰ ਤਿਸ ਕੋ ਤੁਰਤ ਹੀ ਘਾਟਾ ਆਇਆ ਤਾਹੇ। ਹੰਕਾਰ ਆ ਗਿਆ ਇਹਦੇ ਮਨ ਦੇ ਵਿੱਚ। ਮਹਾਰਾਜ ਤੇਰੀ ਮਾਇਆ ਵੀ ਸਫਲੀ ਕਰਨੀ ਚਾਹੁੰਦੇ ਸੀ ਗੁਰੂ ਅਮਰਦਾਸ ਸਾਹਿਬ। ਇਹ ਮੁੱਕਰ ਹੀ ਗਿਆ, ਕਹਿੰਦਾ ਮੈਂ ਤੇ ਮਹਾਰਾਜ ਨੂੰ ਜਾਣਦਾ ਹੀ ਨਹੀਂ। ਦਿਲ ਵਿੱਚ ਇਹ ਸੀ ਵੀ ਜੇ ਮੈਂ ਇਹਨੂੰ ਦੇ ਦੇ ਪੈਸੇ ਤੇ ਹੋਰ ਸ਼ਾਹੂਕਾਰਾਂ ਦੇ ਕੋਲੋਂ ਜਾ ਕੇ ਮੰਗ ਲਈਦੇ ਆ ਤੇ ਗੁਰੂ ਦੇ ਕੋਲੋਂ ਕਿਵੇਂ ਮੰਗੂਗਾ ਜਾ ਕੇ ਵੀ ਮਹਾਰਾਜ ਮੈਨੂੰ ਪੈਸੇ ਦਿਓ। ਇਹ ਮੁੱਕਰ ਹੀ ਗਿਆ ਤੇ ਕਹਿੰਦੇ ਮਹਾਰਾਜ ਸਾਹਿਬ ਦਾ ਭਜਨ ਜਦੋਂ ਇਹਨੇ ਨਾਮ ਮੰਨਿਆ, ਬਸ ਉਹ ਦਿਨ ਆਇਆ ਤੇ ਗਿਆ। ਉਹ ਤੋਂ ਬਾਅਦ ਇਹਨੂੰ ਛੇਤੀ ਹੀ ਘਾਟਾ ਪੈ ਗਿਆ, ਨੁਕਸਾਨ ਵਿੱਚ ਚਲਾ ਗਿਆ। ਮੁੜ ਗੁਰ ਕੀ ਉਸ ਟਹਿਲ ਕਮਾਈ। ਐਸਾ ਨੁਕਸਾਨ ਹੋਇਆ ਵੀ ਹੁੰਡੀਆਂ ਦੇ ਦੇ ਕੇ ਪੈਸੇ ਲੈ ਗਏ ਬਹੁਤ ਲੋਕ। ਜਦੋਂ ਉਹ ਆਪਣੇ ਬੈਲੈਂਸ ਲੈਣ ਗਿਆ, ਆਪਣੇ ਪੈਸੇ ਬਣਦੇ ਸ਼ਾਹੂਕਾਰਾਂ ਕੋਲ ਲੈਣ ਗਿਆ, ਉਹ ਮੁੱਕਰ ਗਏ। ਜਿਨ੍ਹਾਂ ਦੇ ਪੈਸੇ ਦੇਣੇ ਸਨ ਉਹ ਇਹਨੂੰ ਤੋੜ ਕੇ ਖਾਣ ਲੱਗ ਪਏ। ਜਿਨ੍ਹਾਂ ਕੋਲ ਲੈਣੇ ਸੀ ਉਹ ਮੁੱਕਰ ਗਏ। ਫਿਰ ਦਿੱਲੀੋਂ ਰਾਤ ਭੱਜਿਆ ਆਪਣੀ ਜਾਨ ਬਚਾ ਕੇ। ਥਾਂ ਇਹਨੂੰ ਫੇਰ ਵੀ ਕੋਈ ਨਾ ਲੱਭਾ ਤੇ ਸ੍ਰੀ ਗੋਂਦਵਾਲ ਸਾਹਿਬ ਆਣ ਪਹੁੰਚਿਆ ਤੇ ਗੋਂਦਵਾਲ ਸਾਹਿਬ ਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਪੈ ਗਿਆ, ਪਾਤਸ਼ਾਹ ਮੈਨੂੰ ਬਖਸ਼ ਲਓ। ਤੇ ਗੁਰੂ ਮਹਾਰਾਜ ਦਾ ਘਰ ਐਸਾ ਹੈ ਵੀ ਜਿਹੜਾ ਚਰਨੀ ਪੈ ਜਾਂਦਾ ਹੈ ਮਹਾਰਾਜ ਜੀ ਉਹਨੂੰ ਬਖਸ਼ ਲੈਂਦੇ ਨੇ। ਤੇ ਸਤਿਗੁਰੂ ਸਾਹਿਬ ਜੀ ਨੇ ਉਸੇ ਵੇਲੇ ਨੂੰ ਸੇਵਾ ਦੇ ਵਿੱਚ ਫਿਰ ਲਾਗਾ ਗੰਗੂ ਸ਼ਾਹ ਨੂੰ। ਮਹਾਰਾਜ ਕਹਿੰਦੇ ਜਾ ਵੀ ਸਿੱਖਾ ਸੇਵਾ ਕਰਿਆ ਕਰ। ਫਿਰ ਸਤਿਗੁਰ ਮਨ ਕਿਰਪਾ ਆਈ। ਜਦੋਂ ਇਹ ਕੋਈ ਦਿਨ ਸੇਵਾ ਟਹਿਲ ਕੀਤੀ, ਇਹਨੇ ਪਛਤਾਪ ਕੀਤਾ ਤੇ ਮਹਾਰਾਜ ਦੇ ਮਨ ਦੇ ਵਿੱਚ ਦਇਆ ਆ ਗਈ। ਇਹਦੇ ਉੱਤੇ ਗੁਰੂ ਅਮਰਦਾਸ ਜੀ ਨੇ ਫਿਰ ਕਿਰਪਾ ਕੀਤੀ। ਤੋ ਭਾਈ ਬੀਬੀ ਕੇ ਵਿਆਹ ਤਿਆਰੀ। ਇਹਦੇ ਉਹਨਾਂ ਦਿਨਾਂ ਦੇ ਵਿੱਚ ਹੀ ਬੀਬੀ ਭਾਨੀ ਜੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਭੇਜਿਓ ਗੁਰਕ੍ਰਿਤ ਲੈਣ ਪਹਾੜੀ। ਮਹਾਰਾਜ ਨੇ ਕਿਹਾ ਵੀ ਜਾ ਭਾਈ ਗੰਗੂ ਸ਼ਾਹ ਪਹਾੜੀ ਇਲਾਕੇ ਦੇ ਵਿੱਚੋਂ ਘਿਓ ਇਕੱਠਾ ਕਰਕੇ ਲੈ ਕੇ ਆ, ਕਿਉਂਕਿ ਸਿੱਖ ਸੰਗਤ ਆਉਣੀ ਆ।
ਲੰਗਰ ਬਣਨਾ ਹੈ, ਮਠਿਆਈਆਂ ਬਣਨੀਆਂ ਨੇ ਤੇ ਭਾਨੀ ਜੀ ਦੇ ਵਿਆਹ ਦੇ ਵਾਸਤੇ ਘਿਓ ਲੈ ਕੇ ਆ। ਗੰਗੂ ਕਹੀ ਗੁਰ ਸੋਹਤ ਜੋਰ। ਜਦੋਂ ਮਹਾਰਾਜ ਨੇ ਕਿਹਾ ਵੀ ਤੂੰ ਪਹਾੜੀ ਇਲਾਕੇ ਦੇ ਨੇੜੇ ਆਉਂਦਾ ਹੈ, ਕਿਉਂਕਿ ਗੜ੍ਹ ਸ਼ੰਕਰ ਦਾ ਇਲਾਕਾ ਇੱਥੋਂ ਤੀਕਰ ਪਹਾੜੀ ਇਲਾਕਾ ਹੀ ਹੈ, ਤੇ ਮਹਾਰਾਜ ਸਾਹਿਬ ਕਹਿੰਦੇ ਵੀ ਪਰੇ ਤੇਰਾ ਭੇਤ ਹੈ, ਵੀ ਜਾ ਪਹਾੜਾਂ ਦੇ ਵਿੱਚੋਂ ਘਿਓ ਲੈ ਕੇ ਆ। ਇਹ ਹੱਥ ਜੋੜ ਕੇ ਗੁਰੂ ਅਮਰਦਾਸ ਜੀ ਨੂੰ ਕਹਿਣ ਲੱਗਾ, ਤੁਸੀਂ ਕਰਨੀ ਉਗਰਾਹੀ ਭੇਜੋ ਮੋਰ। ਪਾਤਸ਼ਾਹ ਜੀ ਤੁਸੀਂ ਮੈਨੂੰ ਪਹਾੜੀ ਇਲਾਕੇ ਦੇ ਵਿੱਚ ਘਿਓ ਦੀ ਗੁਰਾਈ ਕਰਨ ਵਾਸਤੇ, ਘਿਓ ਲਿਆਉਣ ਵਾਸਤੇ ਭੇਜ ਰਹੇ ਹੋ। ਮੈਂ ਦੇਵੀ ਦੇਵ ਕਰਾਮਾਤੀ ਕਦੇ। ਪਰ ਕਹਿੰਦਾ ਮਹਾਰਾਜ ਉਹ ਪਹਾੜਾਂ ਦੇ ਵਿੱਚ ਤੇ ਦੇਵਤੇ ਤੇ ਦੇਵੀਆਂ ਦੀਆਂ ਬੜੀਆਂ ਕਰਾਮਾਤਾਂ ਨੇ, ਪਹਾੜਾਂ ਦੇ ਲੋਕ ਬੜੇ ਜੰਤਰ ਮੰਤਰ ਜਾਣਦੇ ਹਨ। ਉਹਾਂ ਉਗਰਾਹੀ ਹਮ ਕਿਮ ਬਨੇ। ਤੇ ਜੇ ਮੈਂ ਚਲਾ ਗਿਆ ਸਤਿਗੁਰੂ ਜੀ, ਮੇਰੇ ਕੋ ਘਿਓ ਦੀ ਗਰਾਈ ਕਿੱਥੇ ਕਰੀ ਜਾਣੀ ਹੈ, ਘਿਓ ਮੈਂ ਕਿੱਥੋਂ ਇਕੱਠਾ ਕਰਾਂਗਾ। ਉਲਟਾ ਉਹ ਲੋਕ ਜਿਹੜੇ ਆਪਣੇ ਜੰਤਰਾਂ ਮੰਤਰਾਂ ਦੇ ਨਾਲ ਮੇਰਾ ਨੁਕਸਾਨ ਕਰਨਗੇ। ਉਹਾਂ ਹੈ ਪਰਬਤੀ ਬੁਰੀ ਬਦਾਏ। ਕਹਿੰਦਾ ਮਹਾਰਾਜ ਪਹਾੜੀਆਂ ਦੇ ਲਾਗੇ ਹੀ ਮੇਰਾ ਨਗਰ ਹੈ, ਮੈਂ ਜਾਣਦਾ ਵੀ ਪਹਾੜੀਏ ਬੜੀ ਬੁਰੀ ਬਲਾ ਨੇ, ਜੰਤਰ ਮੰਤਰ ਕਰਕੇ ਤੇ ਪਤਾ ਹੀ ਨਹੀਂ ਲੱਗਣ ਦਿੰਦੇ, ਬੰਦੇ ਨੂੰ ਗਾਇਬ ਕਰ ਦਿੰਦੇ ਹਨ। ਸਕੈ ਪੁਨੈ ਕਿਮ ਕੋ ਪਤੇ ਆਏ। ਤੇ ਇਹੋ ਜਿਹੇ ਲੋਕਾਂ ਨੂੰ ਦੱਸੋ ਸਤਿਗੁਰੂ ਜੀ, ਮੈਂ ਜਾ ਕੇ ਕਿਵੇਂ ਪਤਿਆਵਾਂਗਾ, ਉਹਨਾਂ ਨੂੰ ਮੇਰੇ ਦੇ ਕਿਵੇਂ ਭਰੋਸਾ ਆਵੇਗਾ, ਕਿਵੇਂ ਉਹ ਮੇਰੇ ਆਖੇ ਲਾਗੇ ਸੇਵਾ ਕਰਨਗੇ। ਕੋ ਦੀਜੈ ਐਸੀ ਕਲਾ। ਇਸ ਕਰਕੇ ਮਹਾਰਾਜ ਮੈਨੂੰ ਕੋਈ ਐਸੀ ਕੋਈ ਕਲਾ ਬਖਸ਼ੋ, ਕੋਈ ਸ਼ਕਤੀ ਬਖਸ਼ੋ, ਮੇਰੇ ਅੰਦਰ ਤਾਕਤ ਬਖਸ਼ੋ, ਕਿਉ ਕ੍ਰਿਤ ਆਵੇ ਪਰਬਤੀ ਚਲਾ। ਜਿਸ ਦੇ ਨਾਲ ਮੈਂ ਪਹਾੜੀ ਇਲਾਕੇ 'ਚ ਜਾਵਾਂ ਤੇ ਮੇਰੇ ਜਾਣ ਦੇ ਨਾਲ ਹੀ ਘਿਓ ਭੱਜਾ ਹੀ ਆਵੇ, ਘਿਓ ਇਕੱਠਾ ਹੋ ਜਾਵੇ। ਹੋਰ ਤਉ ਸਤਿਗੁਰ ਗੰਗੋ ਕਹਿਓ ਤਉ ਰਸਨਾ ਹਮ ਬਾਸ। ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ ਇਹ ਗੱਲ ਹੈ, ਜਾ ਸਿੱਖਾ ਤੇਰੀ ਜ਼ੁਬਾਨ ਤੋਂ ਜੋ ਬਚਨ ਨਿਕਲੇਗਾ ਉਹ ਪੂਰਾ ਹੋਵੇਗਾ, ਤੇਰੀ ਜ਼ੁਬਾਨ ਤੇ ਸਾਡਾ ਵਾਸਾ। ਜੋ ਤੂੰ ਚਾਹੇ ਤਿਉ ਹੋਵੇ ਤੂੰ ਰੱਖੇ ਕਰੈ ਨਾਸ। ਗੁਰੂ ਅਮਰਦਾਸ ਜੀ ਕਹਿੰਦੇ ਜੋ ਤੂੰ ਚਾਹੇਗਾ ਨਾ ਉਹ ਵੀ ਹੋ ਜਾਏਗਾ, ਜਿਹਨੂੰ ਰੱਖਣਾ ਚਾਹੇਗਾ ਉਹਨੂੰ ਰੱਖ ਲੇਗਾ, ਜਿਹਦਾ ਨਾਸ਼ ਕਰਨਾ ਚਾਹੇਗਾ ਤੇਰੇ ਇੱਕ ਬਚਨ ਕਰਨ ਦੇ ਨਾਲ ਹੀ ਨਾਸ਼ ਹੋ ਜਾਵੇਗਾ। ਆਓ ਪਈ ਇਤੋ ਬਚਨ ਲੈ ਪ੍ਰਫੁੱਲਤ ਭਇਓ। ਇਹਨਾਂ ਮਹਾਰਾਜ ਦਾ ਬਚਨ ਜਦੋਂ ਹੋ ਗਿਆ ਤੇ ਬੜਾ ਹੀ ਖੁਸ਼ ਹੋਇਆ ਵੀ ਗੁਰੂ ਸਾਹਿਬ ਨੇ ਮੈਨੂੰ ਸ਼ਕਤੀ ਬਖਸ਼ ਦਿੱਤੀ ਆ। ਪਹੁੰਚ ਪਰਬਤ ਹੁਣ ਸਭ ਜਿੱਤ ਲਿਓ। ਪਹਾੜੀ ਇਲਾਕੇ 'ਚ ਪਹੁੰਚਿਆ ਤੇ ਸਾਰਿਆਂ ਨੂੰ ਆਪਣੇ ਪ੍ਰਤਾਪ ਦੇ ਨਾਲ ਜਿੱਤ ਲਿਆ। ਆਪ ਸਾਰੇ ਆਪਣੇ ਪੈਰੀ ਪਾ ਲਏ, ਆਪਣੇ ਅੱਗੇ ਢਾ ਲਏ ਸਾਰੇ। ਲਾਏ ਮੰਜੀ ਗੁਰ ਆਪ ਹੋਇ ਭਇਓ। ਪਰ ਸ਼ਕਤੀ ਸੀ ਨਾ ਕੋ, ਜਰੀ ਨਹੀਂ ਗਏ। ਦੂਜੀ ਵਾਰ ਫੇਰ ਦਗਾ ਦੇ ਗਿਆ ਗੁਰੂ ਘਰ ਦੇ ਨਾਲ। ਕਹਿੰਦੇ ਜਾ ਕੇ ਮੰਜੀ ਲਾ ਕੇ ਤੇ ਸੰਗਤ ਨੂੰ ਕਹਿਣ ਲੱਗ ਪਿਆ ਵੀ ਮੈਂ ਹੀ ਗੁਰੂ ਹਾਂ। ਕਹਿੰਦੇ ਹੋਰ ਗੁਰੂ ਕਿਹੜਾ ਮੇਰੇ ਤੋਂ ਬਗੈਰ। ਮਹਾਰਾਜ ਨੇ ਮੰਜੀ ਜ਼ਰੂਰ ਬਖਸ਼ੀ ਸੀ, ਪ੍ਰਚਾਰ ਕਰਨ ਦੇ ਲਈ ਪ੍ਰਚਾਰਕ ਥਾਪਿਆ ਸੀ ਉਹਨਾਂ ਸਮਿਆਂ 'ਚ, ਪਰ ਇਹ ਗੁਰੂ ਬਣ ਕੇ ਬਹਿ ਗਿਆ ਜਾ ਕੇ ਪਹਾੜਾਂ ਦੇ ਵਿੱਚ। ਗੁਰ ਕਲ ਦਇਓ। ਇਹਨਾਂ ਕੀਤਾ ਵੀ ਘਿਓ ਇਕੱਠਾ ਕਰਕੇ ਬਹੁਤ ਆ ਤੇ ਕੁਝ ਬੰਦੇ ਭੇਜਦੇ ਵੀ ਜਾਓ ਗੋਂਦਵਾਲ ਸਾਹਿਬ ਘਿਓ ਦੇ ਕੇ ਆਵੋ। ਬੀਬੀ ਭਾਨੀ ਕੇ ਵਿਆਹ ਨ ਆਇਆ। ਪਰ ਬੀਬੀ ਭਾਨੀ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਵਿਆਹ ਦੇ ਉੱਤੇ ਆ ਕੇ ਇਹ ਗੰਗੂ ਸ਼ਾਹ ਹਾਜ਼ਰ ਨਹੀਂ ਹੋਇਆ, ਗੋਂਦਵਾਲ ਸਾਹਿਬ ਨਾ ਵੜਿਆ। ਵਚਨ ਗੁਰੂ ਮਤ ਲੈਵੇਂ ਹਟਾਇਆ। ਇਹਦੇ ਮਨ 'ਚ ਇਹ ਸੀ ਵੀ ਗੁਰਾਂ ਨੇ ਮੈਨੂੰ ਕਹਿ ਕੇ ਭੇਜਿਆ ਵੀ ਤੇਰਾ ਬਚਨ ਪੂਰਾ ਹੋਏਗਾ, ਤੇ ਜੇ ਮੈਂ ਵਾਪਸ ਚਲਾ ਗਿਆ ਤੇ ਮਹਾਰਾਜ ਇਹ ਨਾ ਹੋਣਾ ਵੀ ਆਪਣੀ ਸ਼ਕਤੀ ਫਿਰ ਵਾਪਸ ਲੈ ਲੈਣ। ਇਸ ਕਰਕੇ ਗੁਰੂ ਸਾਹਿਬ ਦੇ ਮੱਥੇ ਨਹੀਂ ਲੱਗਾ। ਸਤਿਗੁਰ ਗੁੱਸਾ ਕੀਆ। ਜਦੋਂ ਆ ਕੇ ਦੱਸਿਆ ਨਾ ਵੀ ਏਦਾਂ ਮਹਾਰਾਜ ਉਹ ਆਇਆ ਨਹੀਂ ਤੇ ਗੁਰੂ ਅਮਰਦਾਸ ਸਾਹਿਬ ਜੀ ਨਾਰਾਜ਼ ਹੋ ਗਏ। ਮੁਖ ਕਾਲਾ ਗੰਗੂ ਕਹਿ ਦਿਆ। ਮਹਾਰਾਜ ਨੇ ਮੁਖੋਂ ਵਚਨ ਕਰ ਦਿੱਤਾ ਵੀ ਇਹ ਜਿਹੜਾ ਗੰਗੂ ਸ਼ਾਹ ਹੈ ਨਾ, ਇਹਦਾ ਮੂੰਹ ਕਾਲੇ ਦਾ ਕਾਲਾ ਹੀ ਰਿਹਾ, ਕਾਲੇ ਮੂੰਹ ਵਾਲਾ ਜਿਹੜਾ ਇਹ ਬੇਮੁਖ ਹੋ ਗਿਆ ਏ। ਗੰਗੂ ਵਚਨ ਸੁਨ ਸ਼ੀਸ਼ਾ ਲਿਆ। ਉਹ ਜਿਹੜੇ ਆਏ ਸੀ ਘਿਓ ਦੇਣ ਉਹ ਵਾਪਸ ਮੁੜ ਕੇ ਗਏ। ਉਹਨਾਂ ਜਾ ਕੇ ਦੱਸਿਆ ਵੀ ਤੇਰੇ ਦੇ ਮਹਾਰਾਜ ਤਾਂ ਨਾਰਾਜ਼ ਹੋ ਗਏ ਆ। ਉਹ ਕਹਿੰਦੇ ਵੀ ਗੰਗੂ ਦਾ ਮੂੰਹ ਕਾਲਾ, ਇਹਨੂੰ ਪਤਾ ਸੀ ਵੀ ਮਹਾਰਾਜ ਦਾ ਵਚਨ ਜਿਹੜਾ ਹੈ ਪੂਰਾ ਹੋ ਜਾਂਦਾ ਏ। ਇਹਨੇ ਉਸ ਵੇਲੇ ਸ਼ੀਸ਼ਾ ਮੰਗਾਇਆ ਤੇ ਜਦੋਂ ਸ਼ੀਸ਼ਾ ਵੇਖਿਆ ਮੁਖ ਕਾਲਾ ਨਿਜ ਦਰਸ਼ਨ ਕੀਆ। ਗੰਗੂ ਸ਼ਾਹ ਨੇ ਵੇਖਿਆ, ਜਦੋਂ ਉਹਦੇ ਵੇਖਿਆ ਵਾਕਿਆ ਹੀ ਜਿਹੜਾ ਤਵੇ ਦਾ ਜਿਵੇਂ ਥੱਲੜਾ ਪਾਸਾ ਹੁੰਦਾ ਹੈ ਨਾ, ਏਦਾਂ ਜਿਵੇਂ ਕਾਲਖ ਮਲੀ ਹੁੰਦੀ ਆ ਨਾ ਜਿਵੇਂ ਕਿਸੇ ਦੇ ਮੂੰਹ ਤੇ, ਇੱਥੇ ਰੰਗ ਦੀ ਗੱਲ ਨਹੀਂ, ਇੱਥੇ ਕਾਲਖ ਲੱਗ ਗਈ ਇਹਦੇ ਮੂੰਹ ਤੇ। ਵੇਖਣ ਵਾਲੇ ਨੂੰ ਇਹ ਲੱਗਦਾ ਹੈ ਵੀ ਜਿਵੇਂ ਇਹਦੇ ਮੂੰਹ ਤੇ ਕਿਸੇ ਨੇ ਕਾਲਖ ਲਾਈ ਹੈ, ਜਿਹੜੀ ਮਾੜੀ ਗੱਲ ਹੁੰਦੀ ਆ ਨਾ, ਮੂੰਹ ਕਾਲਾ ਹੋ ਜਾਣਾ ਇਹ ਬਹੁਤ ਵੱਡੀ ਬਦਨਾਮੀ ਮੰਨੀ ਜਾਂਦੀ ਰਹੀ ਅੱਜ ਤੱਕ। ਤੇ ਗੰਗੂ ਸ਼ਾਹ ਨੇ ਵੇਖਿਆ ਤੇ ਇਹਦਾ ਮੂੰਹ ਕਾਲਾ ਹੋ ਗਿਆ ਤਵੇ ਦੇ ਥੱਲੇ ਵਰਗਾ।
ਗੁਰ ਕੋ ਮਿਟਤ ਨਾਹੀ। ਕਿਉਂਕਿ ਗੁਰੂ ਮਹਾਰਾਜ ਦਾ ਭਜਨ ਕਿਵੇਂ ਮਿਟੇ। ਹੁਣ ਸਤਿਗੁਰੂ ਸਾਹਿਬ ਜੀ ਨੇ ਭਜਨ ਕੀਤਾ ਜਿਹੜਾ ਉਹ ਪੂਰਾ ਹੋ ਗਿਆ। ਉਹ ਝੂਰੇ ਕੋ ਮਨ ਕੇ ਮਾਹੇ। ਇਹਦੇ ਮਨ ਦੇ ਵਿੱਚ ਬੜਾ ਝੂਰਦਾ ਰਿਹਾ ਵੀ ਗੁਰੂ ਸਾਹਿਬ ਦੇ ਭਜਨ ਕਰਕੇ ਮੇਰੀ ਇਹ ਹਾਲਤ ਹੋ ਗਈ ਆ। ਅੱਗੇ ਕਹਾਣੀ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹਨੇ ਹੋਰ ਵੀ ਕਈ ਕਰਤੂਤਾਂ ਕੀਤੀਆਂ, ਪਰ ਮੈਂ ਇਹਦੀ ਹੋਰ ਕਹਾਣੀ ਅੱਗੇ ਨਹੀਂ ਦੱਸਣੀ। ਦੱਸਣਾ ਤੇ ਬਸ ਇੰਨਾ ਹੀ ਸੀ ਵੀ ਗੰਗੂ ਸ਼ਾਹੀਏ ਕਿੱਥੋਂ ਚੱਲੇ ਐ, ਵੀ ਇਹ ਗੰਗੂ ਮਹਾਰਾਜ ਦੀ ਸੇਵਾ ਕੀਤੀ ਤੇ ਬਾਅਦ ਦੇ ਵਿੱਚ ਇਦਾਂ ਬੇਮੁਖ ਹੋ ਗਿਆ ਤੇ ਇਹ ਤੋਂ ਅੱਗੇ ਜਿਹੜੇ ਚੇਲੇ ਬਣੇ ਉਹ ਗੰਗੂ ਸ਼ਾਹੀਏ ਖਵਾਏ ਤੇ ਪੰਥ ਦੇ ਖਿਲਾਫ ਚੱਲਦੇ ਰਹੇ, ਖਾਲਸੇ ਦੇ ਖਿਲਾਫ ਪ੍ਰਚਾਰ ਕਰਦੇ ਰਹੇ, ਸਿੱਖੀ ਦੇ ਉਲਟ ਚੱਲਦੇ ਰਹੇ। ਬਸ ਇੰਨਾ ਕਹਿੰਦੇ ਦੱਸਿਆ ਏ। ਕਿਉਂਕਿ ਮੈਂ ਕਥਾ ਕਹਿਣੀ ਹੈ ਸ਼ਹੀਦਾਂ ਸਿੰਘਾਂ ਦੇ ਪੰਥ ਦੇ ਤੇ ਇਹਦੀਆਂ ਮੈਂ ਹੋਰ ਸਾਖੀਆਂ ਦੱਸਾਂ ਤੇ ਗ੍ਰੰਥ ਵੱਡਾ ਹੋ ਜਾਵੇਗਾ। ਬਸ ਇਹਨਾਂ ਦਾ ਦਿੰਦਾ ਵੀ ਵਚਨ ਦੋਵੇਂ ਹੀ ਰਹੇ ਇਹਦੇ ਕੋਲ। ਜਿਹੜੇ ਮਹਾਰਾਜ ਨੇ ਕਿਹਾ ਸੀ ਨਾ ਤੇਰਾ ਵਾਕ ਫੁਰੇਗਾ, ਇਹਦੀ ਗੱਲ ਵੀ ਪੂਰੀ ਹੁੰਦੀ ਰਹੀ। ਤੇ ਜਿਹੜਾ ਦੂਜਾ ਮਹਾਰਾਜ ਨੇ ਕਿਹਾ ਸੀ ਵੀ ਤੇਰਾ ਮੂੰਹ ਕਾਲਾ ਰਹੇਗਾ ਤੇ ਮੂੰਹ ਸਦਾ ਹੀ ਕਾਲਾ ਰਿਹਾ ਇਸ ਦਾ। ਆ ਜੋ ਗੱਲ ਕਰਦਾ ਪੂਰੀ ਹੋ ਜਾਂਦੀ ਹੈ ਤੇ ਮੂੰਹ ਦੇ ਉੱਤੇ ਜਿਵੇਂ ਤਵੇ ਦੀ ਕਾਲਖ ਲੱਗੀ ਹੁੰਦੀ ਹੈ, ਏਦਾਂ ਸਦਾ ਇਹਨੂੰ ਜਿਹੜਾ ਇਹ ਨਮੋਸ਼ੀ ਝੱਲਣੀ ਪਏ। ਤੇ ਇਹ ਤੋਂ ਗੰਗੂ ਸ਼ਾਹੀਏ ਚੱਲੇ ਜਿਨ੍ਹਾਂ ਦਾ ਪਿੱਛੇ ਕੱਲ ਆਪਾਂ ਪ੍ਰਸੰਗ ਸੁਣਿਆ ਤੇ ਉਹਦੇ ਵਿੱਚ ਆਇਆ ਵੀ ਭਾਈ ਮੇਹਰ ਸਿੰਘ ਦੇ ਪੰਜਾਂ ਸਿੰਘਾਂ ਦੇ ਅਰਦਾਸ ਕਰਨੇ ਕਰਕੇ ਗੰਗੂ ਸ਼ਾਹੀਆਂ ਦਾ ਬੋਲ ਬਾਲਾ ਘਟਿਆ, ਨਹੀਂ ਤੇ ਸੰਗਤ ਨੂੰ ਇਹ ਬੜਾ ਗੁੰਮਰਾਹ ਕਰ ਰਹੇ ਸੀ। ਏਦਾਂ ਇਹ ਨਕਲੀ ਗੁਰਾਂ ਦੀ ਸਾਖੀ ਜਿਹੜੇ ਨਕਲੀ ਬਣ ਬੈਠੇ ਕਹੀ ਹੈ। ਕਹਿੰਦੇ ਵੀ ਹੁਣ ਥੋੜਾ ਜਿਹਾ ਨਾ ਗਰਮ ਹੋ ਕੇ ਭਾਈ ਰਤਨ ਸਿੰਘ ਜੀ ਮਾਨੋ ਵੀਰ ਰਸ ਦੇ ਦੱਸਦੇ ਆ। ਕਹਿੰਦੇ ਹੁਣ ਉਹਨਾਂ ਦੀ ਸਾਖੀ ਸੁਣੋ ਜਿਹੜੇ ਦੁਸ਼ਟਾਂ ਦੇ ਵਿੱਚੋਂ ਵੱਡੇ ਦੁਸ਼ਟ ਹਨ। ਕਹਿੰਦੇ ਵੀ ਆਦ ਦੁਸ਼ਟਨ ਮੈਂ ਲਿਖ, ਜਿਨ੍ਹਾਂ ਦੀ ਸਾਖੀ ਜਦੋਂ ਦੁਸ਼ਟਾਂ ਦਾ ਨਾਂ ਲਿਖਿਆ ਜਾਂਦਾ ਹੈ ਨਾ ਵੀ ਸਭ ਤੋਂ ਵੱਡਾ ਦੁਸ਼ਟ ਕੌਣ ਹੈ, ਤੇ ਕਹਿੰਦੇ ਵੀ ਉਹਨਾਂ ਦੀ ਸਾਖੀ ਸਾਰਿਆਂ ਤੋਂ ਪਹਿਲਾਂ ਲਿਖੀ ਜਾਂਦੀ ਹੈ। ਸਾਖੀ ਦੇ ਉੱਪਰ ਸਿਰ ਲੇਖ ਇਹ ਲਿਖਿਆ ਹੈ, ਸਾਖੀ ਜੰਡਿਆਲੀਆਂ ਉਹ ਨਿਜ ਗੁਰ ਲੋਪੀ ਪੰਥ ਘਾਤੀਆਂ ਨੱਕੇ। ਜੰਡਿਆਲੇ ਦੇ ਜਿਹੜੇ ਇਹ ਹੁੰਦਾਰ ਤੇ ਇਹਦੇ ਜਿਹੜੇ ਅੱਗੇ ਚੇਲੇ ਜਾਂ ਇਹਦਾ ਪਰਿਵਾਰ ਹੋਇਆ, ਇਹਨਾਂ ਨੇ ਗੁਰੂ ਘਰ ਦੇ ਨਾਲ ਗੁਰੂ ਕੇ ਸਿੰਘਾਂ ਨਾਲ ਬੜਾ ਦਰੋਹ ਕਮਾਇਆ। ਸਾਧ ਸੰਗਤ ਜੀ ਉਹਨੂੰ ਕਹਿ ਤਾਂ ਦਿੰਦੇ ਆ ਵੀ ਜੰਡਿਆਲਾ ਗੁਰੂ, ਪਰ ਇਹ ਗੁਰੂ ਮਹਾਰਾਜ ਦੇ ਨਾਮ ਕਰਕੇ ਨਹੀਂ, ਇਹ ਗੁਰੂ ਘਰੋਂ ਬਖਸ਼ਿਸ਼ ਲੈ ਕੇ ਤੇ ਆਪ ਗੁਰੂ ਬਣ ਕੇ ਬਹਿ ਗਏ। ਤੇ ਜਦੋਂ ਅੱਗੇ ਦੌਰ ਆਇਆ ਸਿੰਘਾਂ ਦਾ ਤੇ ਸਿੰਘਾਂ ਦੀਆਂ ਮੁਖਬਰੀਆਂ ਕਰਦੇ ਰਹੇ, ਟੌਟੀਆਂ ਕਰਦੇ ਰਹੇ, ਸਿੰਘਾਂ ਨੂੰ ਮਰਵਾਉਂਦੇ ਰਹੇ। ਭਾਈ ਤਾਰੂ ਸਿੰਘ ਵਰਗਿਆਂ ਨੂੰ ਇਹਨਾਂ ਨੇ ਸ਼ਹੀਦ ਕਰਾਇਆ, ਜਿਹੜਾ ਅੱਗੇ ਜਾ ਕੇ ਪ੍ਰਸੰਗ ਆਏਗਾ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਵੀ ਨਕਲੀ ਗੁਰੂ ਬਣ ਕੇ ਬੈਠੇ ਸੀ ਜੰਡਿਆਲੇ ਵਾਲੇ। ਦੁਸ਼ਟਾਂ ਦੇ ਵਿੱਚੋਂ ਸਭ ਤੋਂ ਵੱਡੇ ਦੁਸ਼ਟ ਤੇ ਜਦੋਂ ਕਹਿੰਦੇ ਵੀ ਨਾਂ ਲਿਆ ਜਾਵੇ ਵੀ ਦੁਸ਼ਟਾਂ ਦੀ ਸਾਖੀ ਲਿਖਣੀ ਹੈ ਤੇ ਸਭ ਤੋਂ ਪਹਿਲੇ ਨੰਬਰ ਤੇ ਕਹਿੰਦੇ ਵੀ ਜੰਡਿਆਲੇ ਦੇ ਇਹ ਹੰਧਾਲ ਦਾ ਨਾਮ ਲਿਖਿਆ ਜਾਂਦਾ ਹੈ, ਜਿਹੜੇ ਬਾਅਦ ਦੇ ਵਿੱਚ ਨਰੰਜਣੀਏ ਖਵਾਏ। ਇਹਨਾਂ ਦੇ ਵਿੱਚੋਂ ਹਰ ਭਗਤ ਨਰੰਜਣੀਆਂ ਬਹੁਤ ਵੱਡਾ ਟੌਟ ਹੋਇਆ ਪੰਥ ਦਾ। ਜਿਨ੍ਹਾਂ ਨੇ ਕਹਿੰਦੇ ਕੀ ਕੀਤਾ ਵੀ ਗੁਰੂ ਵੀ ਲੋਪ ਲਿਆ, ਆਪਣਾ ਗੁਰੂ ਗੁਪਤ ਕਰ ਲਿਆ। ਭਾਵ ਜਿਹਨੂੰ ਗੁਰੂ ਧਾਰਿਆ ਹੋਵੇ, ਜਿਵੇਂ ਆਪਾਂ ਆਨੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ ਤੇ ਸਾਡੇ ਕੋਲ ਕੋਈ ਆ ਜਾਏ ਬਖਸ਼ਿਸ਼ ਤੇ ਅੱਗੇ ਜਾ ਕੇ ਅਸੀਂ ਗੁਰੂ ਹੀ ਲਗਾ ਲਈਏ ਵੀ ਸਾਰਾ ਕੁਝ ਸਾਡੇ ਕੋਲ ਸਾਨੂੰ ਹੀ ਪ੍ਰਾਪਤ ਹੋਇਆ, ਆਪਣੀ ਕਮਾਈ ਆ, ਤੇ ਗੁਰੂ ਦਾ ਨਾਂ ਹੀ ਨਾ ਲਈਏ। ਉਹਨਾਂ ਨੂੰ ਗੁਰਲੋਪੀ ਕਹਿ ਦਿੰਦੇ ਆ। ਜਿਵੇਂ ਬਿਆਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਡੇਰੇ ਦੇ ਵਿੱਚ ਤੇ ਮਹਾਰਾਜ ਨੂੰ ਮੱਥਾ ਟੇਕਦੇ ਸੀ। ਉਹਨਾਂ ਵੇਖਿਆ ਵੀ ਇਹ ਗੁਰੂ ਸਾਹਿਬ ਦਾ ਕਰਕੇ ਅਸੀਂ ਆਪਾਂ ਨੂੰ ਮੱਥਾ ਨਹੀਂ ਟਿਕਾ ਸਕਦੇ। ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੀ ਉੱਥੋਂ ਚੁੱਕਤਾ ਤੇ ਆਪ ਗੁਰੂ ਬਣ ਕੇ ਬਹਿ ਗਏ। ਇਸੇ ਤਰ੍ਹਾਂ ਇਹਨਾਂ ਨੂੰ ਕਹਿੰਦੇ ਗੁਰੂ ਲੋਪੀ, ਆਪਣਾ ਗੁਰੂ ਲੋਪ ਕਰ ਲੈਣਾ, ਗੁਰੂ ਦਾ ਨਾਮ ਹੀ ਨਾ ਲੈਣਾ। ਤੇ ਕੋਪੀ ਨਾਮ ਹੁੰਦਾ ਹੈ ਵੀ ਕਰੋਧੀ, ਜਿਹੜੇ ਗੁਰੂ ਪੰਥ ਦੇ ਵੇਖ ਕੇ ਸਦਾ ਕਚੀਚੀਆਂ ਵੱਟਦੇ ਆ, ਜਿਨ੍ਹਾਂ ਨੂੰ ਸਿੰਘ ਨਹੀਂ ਚੰਗੇ ਲੱਗਦੇ, ਸਿੰਘਾਂ ਦਾ ਬਾਣਾ ਨਹੀਂ ਚੰਗਾ ਲੱਗਦਾ ਤੇ ਜਦੋਂ ਵੇਖ ਲੈਂਦੇ ਆ ਤੇ ਫਿਰ ਬਿਨਾਂ ਬਾਲਣੋਂ ਸੜ ਜਾਂਦੇ ਹਨ।
ਅਤੇ ਨਿੰਦਾ ਜਿਨ ਗੁਰ ਸਿੱਖ, ਜਿਹੜੇ ਸਦਾ ਗੁਰੂ ਕੇ ਸਿੰਘਾਂ ਦੀ ਨਿੰਦਾ ਹੀ ਕਰਦੇ ਆ, ਬਦਨਾਮੀ ਕਰਦੇ ਆ, ਜਦੋਂ ਵੀ ਕਿਤੇ ਬਹਿੰਦੇ ਆ ਤੇ ਚੁਗਲੀ ਹੀ ਕਰਦੇ ਹਨ। ਮੁਕਤ ਨਿਆਮਤ ਗੁਰਦਾਈ ਸਕਿਓ ਨ ਸੂਪ ਚਾਏ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਇਹ ਜਿਹੜੇ ਚੰਡਿਆਲੀਏ ਹੋਏ ਨੇ ਨਾ, ਇਹਨਾਂ ਦਾ ਜਿਹੜਾ ਕੋਈ ਵੱਡਾ ਹੋਇਆ ਹੈ, ਜਿਹਨੂੰ ਬਾਬਾ ਹੰਧਾਲ ਜਾਂ ਗੁਰੂ ਹੰਧਾਲ ਵੀ ਇਹ ਕਹਿੰਦੇ ਆ, ਕਹਿੰਦੇ ਉਹਨੂੰ ਮੁਫਤ ਦੀ ਨਿਆਮਤ ਮਿਲ ਗਈ ਗੁਰੂ ਘਰੋਂ, ਬਚਾ ਨਹੀਂ ਸਕਿਆ। ਭਾਵ ਮੁਫਤ ਦੇ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਦੇ ਕੋਲ ਬਖਸ਼ਿਸ਼ ਮਿਲ ਗਈ, ਵਡਿਆਈ ਮਿਲ ਗਈ, ਪਰ ਇਹਨੂੰ ਉਹ ਵਡਿਆਈ ਹਜਮ ਨਾ ਆਈ, ਸਤਿਕਾਰ ਹਜਮ ਨਾ ਹੋਇਆ। ਜਲ ਤੇ ਪੈਦਾ ਪਾਇਓ ਚਾਹੇ ਸੋ ਜਲੇ ਜਲਾਏ। ਕਹਿੰਦੇ ਵੀ ਏਦਾਂ ਇਹ ਵੀ ਜਿਵੇਂ ਅੰਨ ਜਿਹੜਾ ਹੈ ਨਾ ਉਹ ਜਲ ਤੋਂ ਹੀ ਪੈਦਾ ਹੁੰਦਾ ਹੈ ਨਾ, ਤੇ ਜੇ ਉਹ ਅੰਨ ਉਲਟਾ ਪਾਣੀ ਨੂੰ ਹੀ ਸਾੜਨਾ ਚਾਹੇ ਤੇ ਕਿੱਡੀ ਕੁ ਸਿਆਣਪ ਹੈ। ਇਹ ਜਿਸ ਪਾਣੀ ਤੋਂ ਪੈਦਾ ਹੋਇਆ ਉਸ ਪਾਣੀ ਨੂੰ ਸਾੜਨਾ ਚਾਹੁੰਦੇ ਸਨ ਜੰਡਿਆਲੇ ਦੇ ਜਿਹੜੇ ਹੰਧਾਲ ਸਨ। ਭਾਵ ਜਿਸ ਗੁਰੂ ਘਰ ਦੇ ਵਿੱਚੋਂ ਇਹਨਾਂ ਨੂੰ ਬਖਸ਼ਿਸ਼ ਮਿਲੀ ਹੰਧਾਲ ਨੂੰ, ਕਹਿੰਦੇ ਵੀ ਉਸੇ ਗੁਰੂ ਘਰ ਦੇ ਨਾਲ ਇਹਨਾਂ ਨੇ ਮੱਥਾ ਲਾ ਲਿਆ, ਗੁਰੂ ਦਾ ਇਤਿਹਾਸ ਵੀ ਵਿਗਾੜਿਆ, ਗੁਰੂ ਨਾਨਕ ਸਾਹਿਬ ਦੀ ਸਾਖੀ ਵੀ ਖਰਾਬ ਕੀਤੀ, ਤੇ ਗੁਰੂ ਘਰ ਦੀਆਂ ਟੌੜੀਆਂ ਵੀ ਸਰਕਾਰ ਦੇ ਕੋਲ ਕਰਦੇ ਰਹੇ। ਜਾਓ ਭਈ ਪ੍ਰਥਮੇ ਉਸ ਕੀ ਉਤਪਤੀ ਸੁਣਾਓ। ਭਾਈ ਰਤਨ ਸਿੰਘ ਜੀ ਕਹਿੰਦੇ ਵੀ ਪਹਿਲਾਂ ਮੈਂ ਇਹਦੀ ਉਤਪਤੀ ਦੱਸਦਾ ਹੈ ਵੀ ਇਹ ਤੇ ਕਿਵੇਂ ਇਹਨੂੰ ਮਹਾਰਾਜ ਦੇ ਕੋਲ ਮੁਫਤ ਦੀ ਨਿਆਮਤ ਮਿਲ ਗਏ। ਉਸਕੇ ਲੱਛਣ ਬਤਾਓ। ਇਹ ਤੋਂ ਬਾਅਦ ਇਹਨਾਂ ਹੰਧਾਲੀਆਂ ਦੇ, ਇਹਨਾਂ ਨਰੰਜਨੀਆਂ ਦੇ ਲੱਛਣ ਜਿਹੜੇ ਆ, ਜਿਹੜੀਆਂ ਕਰਤੂਤਾਂ ਕਰਦੇ ਰਹੇ ਆ, ਜਿਹੜੇ ਇਹਨਾਂ ਪਾਪ ਕੀਤੇ, ਕਹਿੰਦੇ ਵੀ ਅਗਲੀ ਸਾਖੀ ਵਿੱਚ ਉਹ ਦੱਸਾਂਗਾ। ਪਹਿਲਾਂ ਮੈਂ ਇਹ ਦੱਸਦਾ ਵੀ ਗੁਰੂ ਘਰੋਂ ਇਹ ਕਿਵੇਂ ਵਡਿਆਈ ਲੈ ਆਏ। ਜੱਟ ਕਣਕ ਸੋ ਜੰਡਿਆਲੇ ਸੁਲਤਾਨੀ ਰਹਿ। ਕਹਿੰਦੇ ਜੱਟਾਂ ਦੇ ਵਿੱਚੋਂ ਕਣਗਸ ਇੱਕ ਗੋਤ ਹੈ, ਜੱਟਾਂ ਦੇ ਕਣਗਸ ਲਿਖਾਉਂਦੇ ਨੇ ਹੁਣ ਵੀ ਉਸ ਇਲਾਕੇ ਦੇ ਲੋਕ। ਜੰਡਿਆਲਾ ਪਿੰਡ ਹੈ ਤੇ ਸੁਲਤਾਨੀਏ ਨੂੰ ਮੰਨਣ ਵਾਲੇ ਸਨ। ਰੰਗ ਭੋਖੀ ਉਸ ਤਨ ਕੋ ਦਹ। ਸੁਲਤਾਨੀਏ ਨੂੰ, ਮੁਸਲਮਾਨ ਨੂੰ ਕਹਿੰਦੇ ਵੀ ਮੰਨਣ ਵਾਲਾ, ਉਹਦੇ ਅੱਗੇ ਜਾ ਕੇ ਨੱਕ ਰਗੜਦਾ। ਜੰਡਿਆਲੇ ਦੇ ਰਹਿਣ ਵਾਲਾ ਜੱਟਾਂ ਦੀ ਕਣਗਸ ਗੋਤ ਦੇ ਵਿੱਚੋਂ ਇੱਕ ਹੰਧਾਲ ਸੀ, ਜਿਹਨੂੰ ਬਾਬਾ ਹੰਧਾਲ ਜਾਂ ਉਹਦੇ ਮੰਨਣ ਵਾਲੇ ਗੁਰੂ ਹੰਧਾਲ ਵੀ ਕਹਿੰਦੇ ਆ। ਕਹਿੰਦੇ ਨੰਗਾ ਭੁੱਖਾ ਸੀ, ਖਾਣ ਪੀਣ ਵਾਸਤੇ ਨੂੰ ਕੁਝ ਨਹੀਂ ਮਿਲਦਾ, ਤਨ ਦੇ ਉੱਤੇ ਪਹਿਨਣ ਦੇ ਵਾਸਤੇ ਇਹਨਾਂ ਦੇ ਕੋਲ ਕੱਪੜਾ ਲੀੜਾ ਵੀ ਨਹੀਂ ਸੀ ਹੈਗਾ। ਇਹਨੂੰ ਕਿਸੇ ਨੇ ਦੱਸਿਆ ਵੀ ਭੁੱਖਾ ਕਿਉਂ ਮਰਦਾ ਹੈ। ਇੱਥੇ ਨੇੜੇ ਗੋਂਦਵਾਲ ਸਾਹਿਬ ਹੈ ਤੇ ਉੱਥੇ ਗੁਰੂ ਅਮਰਦਾਸ ਜੀ ਨੇ ਬਹੁਤ ਖੁੱਲਾ ਲੰਗਰ ਚਲਾਇਆ ਹੈ, 36 ਤਰ੍ਹਾਂ ਦੇ ਭੋਜਨ ਬਣਦੇ ਆ, ਉੱਥੋਂ ਲੰਗਰ ਦੇ ਵਿੱਚੋਂ ਛਕ ਲਿਆ ਕਰ। ਜਾਏ ਲੋਕ ਪੇਟ ਭਰ ਖਾਵੇ। ਵੇਖ ਗੋਂਦਵਾਲ ਸਾਹਿਬ ਬਹੁਤ ਲੋਕ ਜਾਂਦੇ ਆ ਤੇ ਢਿੱਡ ਭਰ ਕੇ ਜਿੰਨਾ ਜੀ ਕਰਦਾ ਇਹ ਖਾਣ ਨੂੰ ਮਿਲਦਾ, ਕੋਈ ਪਾਬੰਦੀ ਨਹੀਂ, ਕੋਈ ਜਾਤ ਨਹੀਂ ਪੁੱਛਦੇ, ਕਿਸੇ ਨੂੰ ਮਨਾਹੀ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਲੰਗਰ ਦੀ ਮਰਿਆਦਾ ਚਲਾਈ ਹੈ ਤੇ ਲੋਕ ਜਾ ਜਾ ਕੇ ਰੋਜ਼ ਰੱਜ ਕੇ ਖਾਂਦੇ ਨੇ। ਇਹ ਜਿਹੜਾ ਹੰਧਾਲ ਸੀ ਕਹਿੰਦਾ ਵੀ ਉਹ ਕੋਈ ਕੰਮ ਵੀ ਕਰਾਉਂਦੇ ਆ ਜਾਂ ਇਦਾਂ ਹੀ, ਤੇ ਦੱਸਣ ਵਾਲਿਆਂ ਨੇ ਦੱਸਿਆ ਵੀ ਭਾਵੇਂ ਕੋਈ ਆਪਣੀ ਵੱਲੋਂ ਜਾ ਕੇ ਸੇਵਾ ਕਰੇ ਤੇ ਭਾਵੇਂ ਨਾ ਕਰੇ, ਉੱਥੇ ਖਾਣ ਪੀਣ ਵੱਲੋਂ ਭੋਜਨ ਪ੍ਰਸ਼ਾਦੇ ਦੀ ਗੋਂਦਵਾਲ ਕਮੀ ਕੋਈ ਨਹੀਂ ਹੈ। ਮਹਾਰਾਜ ਦੇ ਲੰਗਰ ਦੇ ਜਿਹੜਾ ਮਰਜੀ ਛਕੇ, ਭਾਵੇਂ ਰੋਜ਼ ਛਕ ਕੇ ਚਲਿਆ ਜਾਵੇ, ਭਾਵੇਂ ਛਕ ਕੇ ਸੇਵਾ ਕਰ ਲੇ, ਕਿਸੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਮਹਾਰਾਜ ਕਰਦੇ। ਭਾਈ ਰਤਨ ਸਿੰਘ ਜੀ ਕਹਿੰਦੇ ਜਦੋਂ ਏਦਾਂ ਪਤਾ ਲੱਗਾ ਵੀ ਗੋਂਦਵਾਲ ਸਾਹਿਬ ਤਾਂ ਨੇੜੇ ਹੀ ਆ ਜੰਡਿਆਲੇ ਤੋਂ, ਤੇ ਕਹਿੰਦੇ ਵੀ ਇੱਥੇ ਭੁੱਖੇ ਨੰਗੇ ਮਰਨ ਦੇ ਹੈ ਕੁਝ ਨਹੀਂ ਘਰ ਦੇ ਵਿੱਚ, ਤੇ ਇਹ ਜਿਹੜਾ ਹੰਧਾਲ ਸੀ ਇਹ ਗੋਂਦਵਾਲ ਸਾਹਿਬ ਚਲਾ ਗਿਆ। ਤੇ ਜਾ ਕੇ ਪਹਿਲਾਂ ਸਿੱਧਾ ਕਹਿੰਦੇ ਲੰਗਰ ਦੇ ਵਿੱਚ ਵੜਿਆ, ਕਿਉਂਕਿ ਰੱਜ ਕੇ ਨਹੀਂ ਸੀ ਖਾਧਾ ਕਿਤੇ, ਤੇ ਜਾ ਕੇ ਲੰਗਰ ਦੇ ਵਿੱਚ ਵੜਿਆ ਤੇ ਲਾਂਗਰੀਆਂ ਦੇ ਨਾਲ ਗੱਲਬਾਤ ਕਰ ਲਈ ਵੀ ਮੈਂ ਬੜਾ ਭੁੱਖਾ ਏ ਤੇ ਮੈਨੂੰ ਖਾਣ ਵਾਸਤੇ ਖੁੱਲਾ ਦਿਓ। ਜਾ ਕੇ ਕਹਿੰਦੇ ਵੀ ਜਦੋਂ ਢਿੱਡ ਭਰ ਕੇ ਨੇ ਖਾਧਾ, ਉੱਥੇ ਰਹਿੰਦਿਆਂ ਕੋਈ ਦਿਨ ਬਤੀਤ ਹੋ ਗਏ, 36 ਤਰ੍ਹਾਂ ਦੇ ਭੋਜਨ ਗੁਰੂ ਅਮਰਦਾਸ ਸਾਹਿਬ ਦੇ ਲੰਗਰ ਦੇ ਵਿੱਚ ਬਣਦੇ ਨੇ, ਤੇ ਨਿੱਤ ਇਹ ਢਿੱਡ ਭਰ ਕੇ ਖਾਂਦਾ ਹੈ। ਸਹੀਏ ਫਿਰ ਥੋੜੀ ਬਹੁਤ ਸੇਵਾ ਵੀ ਕਰਨ ਲੱਗ ਪਿਆ। ਭਾਈ ਸੰਤੋਖ ਸਿੰਘ ਨੇ ਤਾਂ ਬੜੇ ਸਤਿਕਾਰ ਦੀ ਇਹਨਾਂ ਦੀ ਸਾਖੀ ਲਿਖੀ ਹੈ, ਪਰ ਭਾਈ ਰਤਨ ਸਿੰਘ ਭੰਗੂ ਜਿਹੜੇ ਹੈ ਉਹਨਾਂ ਦੇ ਖਾਨਦਾਨ ਤੇ ਇਹਨਾਂ ਨੇ ਬਹੁਤ ਨੁਕਸਾਨ ਕੀਤਾ ਨਾ। ਭਾਈ ਮਹਿਤਾਬ ਸਿੰਘ ਨੂੰ ਵੀ ਸ਼ਹੀਦ ਕਰਾਉਣ ਦੇ ਵਿੱਚ ਜੰਡਿਆਲੇ ਵਾਲਿਆਂ ਦਾ ਹੱਥ, ਫਿਰ ਉਹਨਾਂ ਦਾ ਭਜੰਗੀ ਭਾਈ ਰਾਏ ਸਿੰਘ, ਉਹਨਾਂ ਦੇ ਉੱਤੇ ਜਾ ਕੇ ਹਮਲਾ ਕੀਤਾ, ਲਗਭਗ ਅੱਧੀ ਗਰਦਨ ਵੱਢਤੀ, ਉਹਦੇ ਕਿਸੇ ਬੀਬੀ ਨੇ ਸਿਉਂਤੀ ਤੇ ਉਹ ਬਚ ਗਏ। ਤੇ ਉਹਨਾਂ ਦੇ ਘਰ ਦੇ ਵਿੱਚ ਫਿਰ ਭਾਈ ਰਤਨ ਸਿੰਘ ਦਾ ਜਨਮ ਹੋਇਆ ਤੇ ਜਿਨ੍ਹਾਂ ਨੇ ਇਤਿਹਾਸ ਲਿਖਿਆ।
ਤੇ ਇਹਨਾਂ ਦੇ ਨਾਲ ਭਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕਰਵਾਇਆ। ਕਈ ਸਿੰਘਾਂ ਨੂੰ ਜੰਡਿਆਲੇ ਹੀ ਫੜ ਕੇ ਮਾਰ ਦਿੰਦੇ ਸਨ, ਕਈਆਂ ਨੂੰ ਫੜ ਕੇ ਤੇ ਲਾਹੌਰ ਭੇਜ ਦਿੰਦੇ ਸਨ, ਉੱਥੋਂ ਨਾਮ ਲੈਂਦੇ ਸੀ। ਇਸ ਕਰਕੇ ਭਾਈ ਰਤਨ ਸਿੰਘ ਨੇ ਬਾਬੇ ਹੰਧਾਲ ਤੋਂ ਲੈ ਕੇ ਕਿਸੇ ਦਾ ਲਿਹਾਜ਼ ਨਹੀਂ ਕੀਤਾ ਵੀ ਇਹ ਗੁਰੂ ਘਰ ਦਾ ਪੰਥ ਦਾ ਦੋਖੀ ਖਾਨਦਾਨ ਹੈ। ਤਾਂ ਕਰਕੇ ਥੋੜੇ ਸ਼ਬਦ ਵਰਤ ਰਹੇ ਆ ਵੀ ਇਹ ਨੰਗਾ ਭੁੱਖਾ ਜਿਹਾ ਆਇਆ, ਕਹਿੰਦੇ ਨਿਤ ਖਾਣ ਲੱਗ ਪਿਆ ਲੰਗਰ ਦੇ ਵਿੱਚੋਂ। ਤੇ ਫਿਰ ਲਾਂਗਰੀ ਜਿਹੜੇ ਸੀ ਉਹਨਾਂ ਵੇਖਿਆ, ਕਹਿੰਦੇ ਵੀ ਕੋਈ ਸੇਵਾ ਕਰ ਲੈ ਵੀ ਜੇ ਵਿਹਲਾ ਹੀ ਹੈ। ਤੇ ਕਹਿੰਦਾ ਮੈਂ ਆਟਾ ਗੁੰਨਦਿਆ ਕਰਾਂਗਾ। ਫਿਰ ਆਟਾ ਗੁੰਨਣ ਲੱਗ ਪਿਆ, ਚੁੱਲ੍ਹੇ ਦੇ ਹੇਠਾਂ ਬਾਲਣ ਬਾਲਦਾ ਹੈ, ਚੁੱਲ੍ਹਾ ਤਪਾ ਦਿੰਦਾ, ਲੋਹ ਤਪਾ ਦਿੰਦਾ ਏ। ਤੇ ਜਦੋਂ ਕਿਤੇ ਲੋੜ ਪਵੇ ਤੇ ਮਿੱਟੀ ਲਾ ਦਿੰਦਾ ਹੈ ਲੋਹ ਨੂੰ, ਤੇ ਲੰਗਰ ਦੇ ਵਿੱਚ ਭਾਵੇਂ ਕਹਿੰਦੇ ਸੇਵਾ ਦੇ ਵਿੱਚ ਲੱਗ ਗਿਆ, ਪਰ ਮਗਜ ਦੇ ਵਿੱਚ ਜਿਹੜੀ ਬਦਬੂ ਸੀ ਨਾ ਸੁਲਤਾਨੀਆਂ ਵਾਲੀ, ਭਾਈ ਰਤਨ ਸਿੰਘ ਜੀ ਕਹਿੰਦੇ ਉਹ ਨਾ ਗਈ। ਬਾਪ ਦਿਮਾਗ ਦੇ ਵਿੱਚ ਉਹ ਸੁਲਤਾਨੀਆਂ ਦੀ ਜਿਹੜੀ ਪੂਜਾ ਕਰਨ ਵਾਲੀ ਖੁਸ਼ਕੀ ਵਸੀ ਸੀ, ਉਸੇ ਤਰ੍ਹਾਂ ਰਹੇ। ਤੇ ਜਿਹੜੀ ਸਿੱਖੀ ਦੀ ਮਰਿਆਦਾ ਸੀ ਉਹ ਦਿਲ ਵਿੱਚ ਨਾ ਵਸੀ ਹੰਧਾਲ ਦੇ। ਤੇ ਜਿਹੜੀ ਇਹਦੀ ਮੱਤ ਦੇ ਵਿੱਚ ਸੁਲਤਾਨੀਆਂ ਦੇ ਰੋਟ ਪਗਾਉਣੇ, ਮੁਸਲਮਾਨ ਦੀ ਕਬਰ ਤੇ ਜਾ ਕੇ ਨੱਕ ਰਗੜਨੇ, ਚਿਰਾਗ ਬਾਲਣੇ, ਜਿਹੜੀ ਉਹ ਮਰਿਆਦਾ ਸੀ ਨਾ ਉਹ ਇਹਦੇ ਅੰਦਰ ਵਸੀ ਹੈ। ਤੇ ਗੁਰਸਿੱਖੀ ਦੀ ਮਰਿਆਦਾ ਉੱਕੀ ਨਹੀਂ ਵਸੇ। ਕਹਿੰਦੇ ਦਿਲ ਦੇ ਵਿੱਚ ਜਾ ਕੇ ਮਹਾਰਾਜ ਦੀ ਰੋਹ ਰੀਤ ਤਾਂ ਹੀ ਵਸਦੀ ਹੈ। ਜਿਵੇਂ ਲੋਹੇ ਨੂੰ ਜੰਗਾਲ ਲੱਗਾ ਹੋਵੇ ਤੇ ਕਹਿੰਦੇ ਰੰਗ ਫੇਰਨਾ ਹੋਵੇ ਨਾ, ਜੇ ਜੰਗਾਲ ਤੇ ਰੰਗ ਫੇਰਾਂਗੇ ਨਹੀਂ ਰਹੇਗਾ ਜ਼ਿਆਦਾ ਚਿਰ। ਜੇ ਜੰਗਾਲ ਨੂੰ ਕਹਿੰਦੇ ਚੰਗੀ ਤਰ੍ਹਾਂ ਉਹ ਸਿਕਲ ਲੈ ਕੇ ਨਾ ਮਾਂਜਾ ਜਿਹਾ ਤੇ ਮਾਂਜ ਕੇ ਲਾ ਕੇ ਚੰਗੀ ਤਰ੍ਹਾਂ ਜੰਗਾਲ ਰੰਗ ਫੇਰਾਂਗੇ ਫੇਰ ਉਹ ਲਿਸ਼ਕੇਗਾ। ਇਸੇ ਤਰ੍ਹਾਂ ਹੀ ਕਹਿੰਦੇ ਵੀ ਅੰਦਰ ਸੁਲਤਾਨੀਆਂ ਦੀ ਭਾਵਨਾ ਸੀ ਹੰਧਾਲ ਦੇ, ਤੇ ਇਹਦੇ ਤਾਂ ਹੀ ਲੱਥੇ ਨਾ ਵੀ ਜੇ ਕਹਿੰਦੇ ਅੰਦਰ ਸਾਫ਼ ਹੋਵੇ, ਪਵਿੱਤਰ ਹੋਵੇ। ਹੁਣ ਅੰਦਰ ਹੋਇਆ ਸੀ ਮੁਸਲਮਾਨ ਦੀ ਕਬਰ ਦੀ ਪੂਜਾ ਕਰ ਕਰਕੇ ਗੰਦਲਾ, ਜਿਸ ਕਰਕੇ ਸਿੱਖੀ ਨਹੀਂ ਵਸੀ ਦਿਲ ਵਿੱਚ। ਪਰ ਕਹੋ ਵੀ ਇਹਦਾ ਕੋਈ ਚੰਗਾ ਕਰਮ ਸੀ, ਆਪਣੇ ਘਰੋਂ ਨਿਕਲ ਕੇ ਤੇ ਗੋਂਦਵਾਲ ਸਾਹਿਬ ਆ ਗਿਆ। ਤੇ ਕਹਿੰਦੇ ਮੁਫਤ ਦੇ ਵਿੱਚ ਹੀ ਇਹਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋ ਗਏ। ਤੇ ਬਸ ਉਹ ਜਿਹੜਾ ਝਾਕਾ ਸੀ ਨਾ ਮਹਾਰਾਜ ਦੀ ਝਾਕੀ ਇਹਨੂੰ ਪ੍ਰਾਪਤ ਹੋਈ, ਜਿਹੜਾ ਦਰਸ਼ਨ ਪ੍ਰਾਪਤ ਹੋਇਆ ਉਹਦੇ ਵਿੱਚ ਹੀ ਕਹਿੰਦੇ ਵੀ ਇਹ ਨਿਹਾਲ ਹੋ ਗਿਆ। ਕੋਈ ਪਿਛਲਾ ਕਰਮ ਸੀ ਉਹਦੇ ਉੱਤੇ ਹੀ ਇਹ ਤੇ ਬਖਸ਼ਿਸ਼ ਹੋ ਗਏ। ਮਹਾਰਾਜ ਨੇ ਤਾਂ ਨਿਹਾਲ ਕੀਤਾ, ਪਰ ਕਣਗਾਸ ਕੋਲ ਦਾ ਜਿਹੜਾ ਇਹ ਹੰਧਾਲ ਜੱਟ ਸੀ ਇਹ ਕੋ ਜਰਿਆ ਨਾ ਗਿਆ। ਮਹਾਰਾਜ ਦੀ ਬਖਸ਼ਿਸ਼ ਇਹ ਲੈ ਕੇ ਤੇ ਉਹ ਤੋਂ ਲਾਭ ਨਾ ਲੈ ਸਕਿਆ। ਇੱਕ ਦਿਨ ਉੱਠ ਕੇ ਸਤਿਗੁਰੂ ਗਏ ਸੋ ਲੰਗਰ ਦੋਏ। ਕਹਿੰਦੇ ਵੀ ਇਹ ਤੇ ਬਖਸ਼ਿਸ਼ ਕਿਵੇਂ ਹੋਈ ਵੀ ਇੱਕ ਦਿਨ ਦੀ ਗੱਲ ਹੈ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਲੰਗਰ ਦੇ ਵਿੱਚ ਫੇਰਾ ਮਾਰਨ ਵਾਸਤੇ ਜਾਂਦੇ ਹੁੰਦੇ ਸੀ। ਵੀ ਲੰਗਰ ਪੱਕ ਰਿਹਾ ਇਹ ਵੀ ਸਿੰਘ ਵਰਤਾਕ ਰਹੇ ਨੇ, ਵੀ ਸੰਗਤ ਛਕ ਕਿਵੇਂ ਰਹੀ ਹੈ। ਤੇ ਗੁਰੂ ਅਮਰਦਾਸ ਸਾਹਿਬ ਕੋਲ ਸਿੱਖਾਂ ਦੇ ਸਮੇਤ ਲੰਗਰ ਵਾਲੇ ਪਾਸੇ ਚਲੇ ਗਏ ਗੋਇੰਦਵਾਲ। ਜਦੋਂ ਤੀਸਰੇ ਪਾਤਸ਼ਾਹ ਲੰਗਰ ਚ ਗਏ ਤੇ ਸੰਗਤ ਨੇ ਵੇਖਿਆ ਮਹਾਰਾਜ ਆਏ ਨੇ, ਤੇ ਸਿੱਖ ਉੱਠੇ ਸੇਵਾ ਕਰਦੇ ਹੋਏ ਆ ਕੇ ਮਹਾਰਾਜ ਦੇ ਚਰਨੀ ਹੱਥ ਲਾ ਕੇ ਇਹਨਾਂ ਨੇ ਮੱਥਾ ਟੇਕਿਆ। ਤੇ ਜਿਹੜਾ ਹੰਧਾਲ ਸੀ ਇਹ ਵੀ ਦੌੜ ਕੇ ਮਹਾਰਾਜ ਵੱਲ ਨੂੰ ਆਇਆ। ਬਾਕੀ ਦੇ ਸਿੱਖਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨੀ ਹੱਥ ਲਾਏ ਤੇ ਮੱਥਾ ਟੇਕਿਆ। ਪਰ ਜਿਹੜਾ ਇਹ ਹੰਧਾਲ ਸੀ ਇਹ ਆਟਾ ਗੁੰਨ ਰਿਹਾ ਸੀ ਉਦੋਂ, ਤੇ ਇਹਦੇ ਹੱਥ ਆਟੇ ਦੇ ਨਾਲ ਕਹਿੰਦੇ ਲਿਬੜੇ ਹੋਏ ਸਨ। ਕਹਿੰਦੇ ਬਸ ਇੰਨੀ ਕੀ ਚੰਗੀ ਸੋਚ ਆਈ ਜਿਹਦੇ ਕਰਕੇ ਤੇ ਕਿਰਪਾ ਹੋ ਗਈ। ਇਹਨੇ ਆਪਣੇ ਚਿੱਤ ਦੇ ਵਿੱਚ ਇਹ ਸੋਚ ਵਸਾ ਲਈ, ਇਹਦੇ ਮਨ 'ਚ ਖਿਆਲ ਆ ਗਿਆ। ਖਿਆਲ ਇਹ ਆ ਗਿਆ ਵੀ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਤੇ ਜੇ ਮੈਂ ਆਟੇ ਨਾਲ ਲਿਬੜੇ ਹੱਥ ਲਾਉਣਾ ਤੇ ਇੱਕ ਮੈਂ ਗੁੰਨ ਰਿਹਾ ਆਟਾ, ਤੇ ਫਿਰ ਮਹਾਰਾਜ ਦੇ ਜਿਹੜੇ ਆਟੇ ਦੇ ਵਿੱਚ ਬੇਅਦਬੀ ਹੋਏਗੀ, ਤੇ ਦੂਸਰਾ ਜੇ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਉਣਾ ਹੈ ਤੇ ਆਟੇ ਨਾਲ ਗੁਰਾਂ ਦੇ ਚਰਨ ਲਿਬੜ ਜਾਣਗੇ। ਇਹਨੇ ਇਹ ਸੋਚ ਕੇ ਵੀ ਮਹਾਰਾਜ ਦੇ ਚਰਨ ਲਿਬੜ ਜਾਣਗੇ, ਫਿਰ ਗੁਰੂ ਸਾਹਿਬ ਧੋਂਦੇ ਫਿਰਨਗੇ, ਮਹਾਰਾਜ ਦੇ ਚਰਨਾਂ ਤੇ ਆਟਾ ਲੱਗ ਜੂਗਾ। ਏਦਾਂ ਦਾ ਇਹਦੇ ਮਨ ਦੇ ਵਿੱਚ ਖਿਆਲ ਆਇਆ ਵੀ ਗੁਰੂ ਸਾਹਿਬ ਦੇ ਚਰਨ ਮੈਲੇ ਨਾ ਹੋ ਜਾਣ, ਜਿਸ ਕਰਕੇ ਨੇ ਪਹਿਲਾਂ ਹੱਥ ਜੋੜੇ
ਤੇ ਹੱਥ ਜੋੜ ਕੇ ਤੇ ਗੋਡਿਆਂ ਭਾਰ ਹੋ ਕੇ ਝੁਕਿਆ ਤੇ ਦੋਵੇਂ ਹੱਥ ਆਪਣੇ ਪਿੱਠ ਦੇ ਪਿੱਛੇ ਕਰ ਲਏ ਵੀ ਧਰਤੀ ਤੇ ਵੀ ਨਾ ਲੱਗਣ ਤੇ ਮਹਾਰਾਜ ਦੇ ਚਰਨਾਂ ਤੇ ਵੀ ਨਾ ਲੱਗਣਾ। ਸੀਸ ਝੁਕਾਏ ਪਰ ਚਰਨੀ ਧਰੇ, ਆਪਣਾ ਸਿਰ ਝੁਕਾ ਕੇ ਹੁੰਦਾਲ ਨੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਤੇ ਰੱਖ ਦਿੱਤਾ। ਏਕ ਸਤਿਗੁਰ ਉਸ ਚਿਤ ਕੀ ਸੋਚ, ਬਸ ਇੰਨਾ ਕਿ ਜਿਹੜਾ ਕੋਈ ਕਹਿੰਦੇ ਦੇ ਮਨ 'ਚ ਚੰਗਾ ਖਿਆਲ ਆ ਗਿਆ ਨਾ, ਬਹੁਤੀ ਕੋਈ ਕਮਾਈ ਨਹੀਂ ਕੀਤੀ। ਜਦੋਂ ਮਹਾਰਾਜ ਨੇ ਇਹਦੀ ਸੋਚ ਵੇਖੀ ਵੀ ਇਹ ਸਾਡੇ ਚਰਨਾਂ ਦੇ ਨੇ ਲਿਬੜਨ ਦਾ ਕਾਰਨ ਹੱਥ ਨਹੀਂ ਲਾਏ ਤੇ ਧਰਤੀ ਦੇ ਵੀ ਹੱਥ ਨਹੀਂ ਰੱਖੇ ਵੀ ਬਾਹ ਦੇ ਵਿੱਚ ਆਟੇ ਦੇ ਵਿੱਚ ਕਿਰਕ ਨਾ ਆਵੇ। ਹਰੀ ਸੋ ਦ੍ਰਿਸ਼ਟ ਗੁਰੇ ਉਸਵਰ ਲੋਚ, ਉਸੇ ਵੇਲੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਆਪਣੇ ਨੇਤਰ ਹੁੰਦਾਲ ਦੇ ਉੱਤੇ ਕਰਕੇ ਕਿਰਪਾ ਦ੍ਰਿਸ਼ਟੀ ਕੀਤੀ। ਮਹਾਰਾਜ ਸਾਹਿਬ ਜੀ ਨੇ ਮਿਹਰ ਦੀ ਨਿਗਾਹ ਦੇ ਨਾਲ ਇਸ ਹੁੰਦਾਲ ਨੂੰ ਤੱਕਿਆ। ਸੋਚ ਪਰ ਭਏ ਦਿਆਲ, ਭਾਈ ਰਤਨ ਸਿੰਘ ਜੀ ਕਹਿੰਦੇ ਇੰਨੀ ਕੁ ਜਿਹੜੀ ਸੋਚ ਸੀ ਨਾ ਵੀ ਮਹਾਰਾਜ ਦੇ ਚਰਨ ਨਾ ਮੈਲੇ ਹੋ ਜਾਣ ਤੇ ਆਟਾ ਧਰਤੀ ਦੇ ਨਾ ਡਿੱਗੇ, ਇਹਨੇ ਵਿੱਚ ਹੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਹੰਧਾਲ ਨੂੰ ਨਿਹਾਲ ਕਰ ਦਿੱਤਾ। ਦੀਨੋ ਹਿੰਦਾਲ ਨਿਹਾਲ, ਮਹਾਰਾਜ ਨੇ ਉਸ ਹੰਧਾਲ ਨੂੰ ਨਿਹਾਲ ਕਰ ਦਿੱਤਾ ਤੇ ਬਖਸ਼ਿਸ਼ ਕਰ ਦਿੱਤੇ। ਸੋਚ ਤੇ ਵੱਡ ਮੌਜ ਧਰੀ, ਥੋੜੀ ਜੀ ਚੰਗੀ ਸੋਚ ਸੋਚਣ ਕਰਕੇ ਬਹੁਤ ਹੀ ਵੱਡੀ ਮੌਜ ਲੱਗੀ, ਬਹੁਤ ਹੀ ਮਹਾਰਾਜ ਨੇ ਆਨੰਦ ਬਖਸ਼ ਦਿੱਤਾ। ਨਿਆਮਤ ਉਸ ਇਮ ਆਈ, ਇਸ ਤਰ੍ਹਾਂ ਭਾਈ ਰਤਨ ਸਿੰਘ ਜੀ ਕਹਿੰਦੇ ਇਹ ਮੁਫਤ ਦੀ ਨਿਆਮਤ ਹੀ ਆਈ ਆ ਵੀ ਕੋਈ ਬਹੁਤ ਹੀ ਕੋਈ ਘਾਲਣਾ, ਕੋਈ ਜਨਮ ਤੋਂ ਕੋਈ ਸੇਵਾ ਬੜੀ ਕਠਿਨ ਘਾਲਣਾ ਉਹ ਨਹੀਂ ਕੀਤੀ। ਇੱਕ ਚੰਗਾ ਖਿਆਲ ਆਇਆ ਤੇ ਇਹਨੇ ਦੇ ਵਿੱਚ ਹੀ ਮੁਫਤ ਦੀ ਇਹਨੂੰ ਨਿਆਮਤ ਮਿਲ ਗਏ। ਨਿਆਮਤ ਹੱਥ ਤੋਂ ਆਏ, ਪਰ ਕਹਿੰਦੇ ਜਿਹੜੀ ਮੁਫਤ ਦੀ ਨਿਆਮਤ ਹੁੰਦੀ ਆ ਨਾ, ਜੇ ਕੋਈ ਗਿਫਟ ਦੇ ਦਵੇ ਕਹਿੰਦੇ ਵੀ ਇਹ ਰਹਿੰਦੀ ਵੀ ਕੋਲ ਤਾਂ ਹੀ ਹੈ। ਪਲ ਭਾਂਡੋ ਤੋ ਰੱਖੇ ਪਚਾਏ, ਜੇ ਕੋਈ ਚੰਗਾ ਭਾਂਡਾ ਹੋਵੇ, ਜਿਵੇਂ ਆਮ ਸਿਆਣੇ ਕਹਿ ਦਿੰਦੇ ਨਾ ਫਲਾਣੇ ਨੂੰ ਭਲ ਨਹੀਂ ਪਚੀ, ਭਾਵ ਵੀ ਇਹਦਾ ਕੀਤਾ ਬੜਾ ਸੀ, ਇਹਦੇ ਕੋ ਜਰਿਆ ਨਹੀਂ ਗਿਆ। ਤੇ ਭਾਈ ਰਤਨ ਸਿੰਘ ਜੀ ਕਹਿੰਦੇ ਵੀ ਹੁੰਦਾਲ ਨੂੰ ਮਿਲੀ ਤੇ ਮੁਫਤ ਦੀ ਨਿਆਮਤ ਸੀ। ਥੋੜੀ ਜੀ ਸੋਚ ਕਰਕੇ ਸੇਵਾ ਕਰਕੇ ਮਹਾਰਾਜ ਨੇ ਇਹਨੂੰ ਨਿਹਾਲ ਕਰਤਾ। ਪਰ ਭਲ ਵੀ ਤੇ ਤਾਂ ਪਚਦੀ ਜੇ ਭਾਂਡਾ ਕੇ ਪਚਾਉਣ ਜੋਗਾ ਹੁੰਦਾ, ਜੇ ਭਾਂਡਾ ਚੰਗਾ ਹੁੰਦਾ। ਚਾਹੇ ਬਾਸਨ ਰਹਿ ਨਾ ਨੀਰ, ਕਿਉਂਕਿ ਜਿਹੜਾ ਕੱਚਾ ਭਾਂਡਾ ਹੁੰਦਾ ਹੈ ਨਾ ਮਿੱਟੀ ਦਾ, ਉਹਦੇ ਵਿੱਚ ਜੇ ਪਾਣੀ ਭਰ ਦਈਏ ਪਕਾਇਆ ਨਾ ਹੋਵੇ ਤੇ ਪਾਣੀ ਕਿਵੇਂ ਰਹੇਗਾ, ਨਹੀਂ ਰਹਿੰਦਾ। ਥੋੜੇ ਕੁ ਸਮੇਂ ਬਾਅਦ ਪਾਣੀ ਪਾ ਕੇ ਵੇਖ ਲਓ ਭਾਂਡਾ ਗਲ ਜਾਏਗਾ, ਤਿੜਕ ਜਾਏਗਾ। ਇਹ ਕਰ ਰਾਖੋ ਬਹੁਤ ਤਦਬੀਰ, ਭਾਵੇਂ ਕਹਿੰਦੇ ਬੜੀ ਤਦਬੀਰ ਨਾਲ ਬੜੀ ਸਿਆਣਪ ਨਾਲ ਵੀ ਰੱਖ ਕੇ ਵੇਖ ਲਓ, ਜਿਹੜਾ ਮਿੱਟੀ ਦਾ ਭਾਂਡਾ ਕੱਚਾ ਏ, ਜਿਹਨੂੰ ਸੇਕ ਨਹੀਂ ਲੱਗਾ ਅੱਗ ਦਾ, ਉਹਦੇ ਵਿੱਚ ਪਾਣੀ ਨਹੀਂ ਟਿਕਦਾ ਹੁੰਦਾ। ਇਸੇ ਤਰ੍ਹਾਂ ਮੁਫਤ ਨਿਆਮਤ ਗੁਰ ਭਜਨ ਕਉ ਰਾਖੈ ਗੈਰ ਗੰਭੀਰ, ਕਹਿੰਦੇ ਜਿਹੜੀ ਮੁਫਤ ਦੀ ਨਿਆਮਤ ਹੈ ਤੇ ਗੁਰੂ ਦਾ ਜਿਹੜਾ ਬਚਨ ਹੈ, ਇਹ ਕੋਈ ਗੈਰ ਗੰਭੀਰ ਹਿਰਦੇ ਵਾਲਾ ਹੀ ਰੱਖ ਸਕਦਾ ਏ। ਕਨਕ ਕਟੋਰੇ ਬਾਹਰੋਂ ਟਿਕੇ ਨਾ ਬਾਗਨ ਸ਼ੀਰ, ਜਿਵੇਂ ਕਹਿੰਦੇ ਸ਼ੇਰਨੀ ਕਹਿਣਾ ਹੋਵੇ ਵੀ ਆ ਸ਼ੇਰਨੀ ਹੈ ਤੇ ਸ਼ੇਰਨੀ ਕਹਿਣ ਲੱਗਿਆ ਕਿਹੜਾ ਜ਼ੋਰ ਲੱਗਦਾ, ਪਰ ਜਿਹੜਾ ਸ਼ੇਰਨੀ ਦਾ ਦੁੱਧ ਹੈ ਨਾ, ਕਹਿੰਦੇ ਵੀ ਉਹ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਏ। ਬਾਕੀ ਜਿਹੜੇ ਭਾਂਡੇ 'ਚ ਵੀ ਕੋਈ ਚੋਵੇ ਉੱਥੇ ਛੇਕ ਹੋ ਜਾਂਦਾ ਹੈ ਤੇ ਬਾਹਰ ਨਿਕਲ ਜਾਂਦਾ ਏ। ਭਾਂਡਾ ਚਾਹੀਦਾ ਹੈ ਨਾ, ਜਿਵੇਂ ਸ਼ੇਰਨੀ ਦਾ ਬਾਗਣ ਦਾ ਦੁੱਧ ਟਿਕਾਉਣ ਦੇ ਵਾਸਤੇ ਸੋਨੇ ਦਾ ਭਾਂਡਾ ਜ਼ਰੂਰੀ ਹੈ, ਇਸੇ ਤਰ੍ਹਾਂ ਮੁਫਤ ਦੀ ਨਿਆਮਤ ਤੇ ਗੁਰੂ ਦਾ ਬਚਨ, ਇਹਦੇ ਲਈ ਕਹਿੰਦੇ ਗੈਰ ਗੰਭੀਰਤਾ ਹੋਵੇ ਤੇ ਫੇਰ ਬਖਸ਼ਿਸ਼ ਹੁੰਦੀ ਹੈ। ਇਹ ਭਾਈ ਰਤਨ ਸਿੰਘ ਜੀ ਨੇ ਦੱਸਿਆ ਵੀ ਐਦਾਂ ਜੋ ਜੰਡਿਆਲੇ ਦੇ ਰਹਿਣ ਵਾਲਾ ਹੁੰਦਾਲ ਭੁੱਖਾ ਨੰਗਾ ਸੀ, ਮਹਾਰਾਜ ਦੇ ਘਰੋਂ ਖਾ ਪੀ ਕੇ ਗੁਰੂ ਦੀ ਬਖਸ਼ਿਸ਼ ਲਈ ਤੇ ਗੁਰਾਂ ਨੇ ਖੁਸ਼ ਹੋ ਕੇ ਇਹਨੂੰ ਭੇਜਤਾ ਹੈ ਜੰਡਿਆਲੇ, ਉਹ ਕੱਲ ਸਾਖੀ ਆਏਗੀ ਵੀ ਸੇਵਾ ਕਰੀ ਜਾਈ ਤੇ ਗੁਰੂ ਨਾਨਕ ਦਾ ਘਰ ਜਿਹੜਾ ਇਹਦੇ ਨਾਲ ਸੰਗਤ ਨੂੰ ਜੋੜੀ। ਪਰ ਜਿਵੇਂ ਹੰਕਾਰੇ ਗਏ, ਜਿਵੇਂ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ ਸੀ ਭਾਈ ਬਾਲੇ ਵਾਲੀ, ਉਹ ਸਾਰੀ ਜਿਹੜੀ ਸੀ ਵਿਗਾੜ ਦਿੱਤੀ ਇਹਨਾਂ ਨੇ। ਇੱਕ ਮੀਣਿਆਂ ਨੇ ਦੇ ਕੇ ਇਹਨਾਂ ਨੇ ਵਿਗਾੜੀ, ਇਤਿਹਾਸ ਮਹਾਰਾਜ ਦਾ ਵਿਗਾੜਤਾ। ਤੇ ਫਿਰ ਜਿਵੇਂ ਅੱਗੇ ਹਰ ਭਗਤ ਨਿਰੰਜਣੀਆਂ ਇਹਨਾਂ 'ਚੋਂ ਹੋਇਆ, ਜਿਹਦੀਆਂ ਸਾਖੀਆਂ ਆਉਣਗੀਆਂ ਅੱਗੇ ਵੀ, ਉਹਨੇ ਸਿੰਘਾਂ ਦੀਆਂ ਮੁਖਬਰੀਆਂ ਕੀਤੀਆਂ, ਸਿੰਘਾਂ ਦੀਆਂ ਟੋਟੀਆਂ ਕਰ ਕਰਕੇ ਇਨਾਮ ਲਏ ਤੇ ਸਿੰਘਾਂ ਨੂੰ ਸ਼ਹੀਦ ਕਰਾਉਂਦਾ ਰਿਹਾ, ਸਰਕਾਰ ਦੇ ਨਾਲ ਰਲਿਆ ਸੀ। ਉਹ ਕਥਾ ਆਪਾਂ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਸਰਵਣ ਕਰਾਂਗੇ। ਆਪ ਸੰਗਤਾਂ ਦੀ ਸੇਵਾ ਵਿਖੇ ਨਾਲ ਹੀ ਇੱਕ ਬੇਨਤੀ ਹੈ ਵੀ ਮੌਸਮ ਦੇ ਹਿਸਾਬ ਦੇ ਨਾਲ ਕੱਲ ਤੋਂ ਸਮੇਂ ਦੇ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕਥਾ ਕੱਲ ਤੋਂ
5 ਤੋਂ 6 ਵਜੇ ਹੋਇਆ ਕਰੇਗੀ। ਇਸੇ ਤਰ੍ਹਾਂ ਰਹਿਰਾਸ ਸਾਹਿਬ ਜੀ ਦੇ ਸਮੇਂ ਦੇ ਵਿੱਚ ਵੀ ਫਰਕ ਪਾਇਆ ਗਿਆ ਏ। ਆਪ ਸੰਗਤਾਂ ਨੇ ਇਸ ਸਮੇਂ ਦੇ ਅਨੁਸਾਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਬਖਸ਼ ਲੈਣਾ। ਮੁਕਤ ਨਿਆਮਤ ਗੁਰ ਬਚਨ ਕੋ ਰਾਖੈ ਗੈਰ ਗੰਭੀਰ। ਕਨਕ ਕਟੋਰੈ ਬਾਹਿਰੋ ਟਿਕੈ ਨ ਬਾਗਨ ਸ਼ੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ